ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫ਼ਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜ਼ਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਅੱਜ ਫਿਰ ਹਾਜ਼ਰ ਹੋਇਆ। ਗੱਲ ਪੰਜਾਬ ਦੀ ਵਿੱਚ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਅਸੀਂ ਤੁਹਾਨੂੰ ਪੰਜਾਬ ਦੀਆਂ ਜੜ੍ਹਾਂ ਨਾਲ ਜੋੜ ਕੇ ਰੱਖਣਾ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀ ਸਰਜ਼ਮੀਨਾਂ ਰੱਖ ਸਕੀਏ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ। ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਆਬੋ ਹਵਾ ਜੋ ਚੱਲ ਰਹੀ, ਚਾਹੇ ਉਹ ਖੁਸ਼ੀ ਦੀ ਹੋਵੇ, ਗਮੀ ਦੀ ਹੋਵੇ, ਦੁੱਖ ਦੀ ਹੋਵੇ, ਸੁੱਖ ਦੀ ਹੋਵੇ, ਅਸੀਂ ਹਰ ਪਲ ਹਰ ਸਮੇਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਾਂ। ਲੇਕਿਨ ਕਦੀ ਪੰਜਾਬ ਨੂੰ ਮਾਰੂ ਨੀਤੀਆਂ ਦਾ ਸ਼ਿਕਾਰ ਬਣਾਉਣ ਲਈ, ਕਦੀ ਪੰਜਾਬ ਦੀ ਨੌਜਵਾਨੀ ਨੂੰ ਮਾਰੂ ਨੀਤੀਆਂ ਦਾ ਸ਼ਿਕਾਰ ਬਣਾਉਣ ਲਈ, ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ, ਚਾਹੇ ਉਹ ਗੈਂਗਵਾਰ ਦੀ ਗੱਲ ਹੋਵੇ, ਚਾਹੇ ਅਜੋਕੇ ਸਮੇਂ 'ਚ ਖਾੜਕੂਵਾਦ ਦੀ ਗੱਲ ਹੋਵੇ, ਚਾਹੇ ਪੰਜਾਬੀਆਂ ਨੂੰ ਇਹ ਕਹਿ ਕੇ ਦਰਕਾਰਿਆ ਜਾਵੇ ਕਿ ਪੰਜਾਬੀ ਤੇ 70-80% ਨਸ਼ੇ ਦੀ ਦਲਦਲ ਵਿੱਚ ਡੁੱਬੇ ਹੋਏ ਨੇ, ਲੇਕਿਨ ਫਿਰ ਵੀ ਪੰਜਾਬੀਆਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਿੰਦੇ ਨੇ, ਉਹ ਬੁਲੰਦੀਆਂ ਨੂੰ ਛੂਹਦੇ ਰਹਿੰਦੇ ਨੇ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੁਲੰਦੀਆਂ ਨੂੰ ਛੂਹਿਆ ਸੀ ਅੱਜ ਤੋਂ 13 ਸਾਲ ਪਹਿਲਾਂ ਸਿੱਖ ਚੈਨਲ ਦੇ, ਤੇ ਸਿੱਖ ਚੈਨਲ ਜੋ ਅੱਜ ਹਰ ਇੱਕ ਦੇ ਦਿਲ ਵਿੱਚ ਘਰ ਕਰ ਚੁੱਕਿਆ। ਤੁਸੀਂ ਕਿਸੇ ਬੱਚੇ ਨੂੰ ਵੀ ਗੱਲ ਕਰੋ ਕਿ ਸਿੱਖਾਂ ਦਾ ਇੰਗਲੈਂਡ ਦੀ ਧਰਤੀ ਤੇ ਕਿਹੜਾ ਚੈਨਲ ਹੈ, ਤੇ ਉਹਦੇ ਮੂੰਹ 'ਚ ਸੁਭਾਵਕ ਹੀ ਨਿਕਲ ਜਾਵੇਗਾ ਸਿੱਖ ਚੈਨਲ। ਅੱਜ ਅਸੀਂ ਗੱਲ ਪੰਜਾਬ ਦੀ ਵਿੱਚ ਗੱਲ ਕਰਾਂਗੇ ਜੋ ਕੇਂਦਰ ਸਰਕਾਰ ਨੇ, ਬੀਜੇਪੀ ਸਰਕਾਰ ਨੇ ਇੱਕ ਹੋਰ ਪਿੱਠ ਵਿੱਚ ਛੁਰਾ ਮਾਰਿਆ। ਇਕੱਲੇ ਪੰਜਾਬੀਆਂ ਦੀ ਨਹੀਂ, ਪੂਰੇ ਭਾਰਤੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ, ਪੂਰੇ ਭਾਰਤ ਦੀ ਨੌਜਵਾਨੀ ਨੂੰ ਲਲਕਾਰਿਆ ਉਹਨਾਂ ਨੇ। ਉਹਦੇ ਬਾਰੇ ਗੱਲ ਕਰਾਂਗੇ ਕਿ ਕੀ 10ਵੀਂ ਪਾਸ ਕਰਨ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਆਖਿਆ ਕਿ ਆਰਮੀ ਵਿੱਚ 4 ਸਾਲ ਤੁਹਾਨੂੰ ਲਾਉਣੇ ਪੈਣਗੇ, 4 ਸਾਲਾਂ ਬਾਅਦ ਤੁਹਾਡੀ ਨੌਕਰੀ ਖਤਮ। ਭਾਵ ਜ਼ਿੰਦਗੀ ਵਿੱਚ ਇਹ ਕਹਿਣ ਦਾ ਕੋਸ਼ਿਸ਼ ਕੀਤੀ ਜਾ ਰਹੀ ਕਿ ਤੁਹਾਡੀ ਜ਼ਿੰਦਗੀ ਵਿੱਚ 4 ਸਾਲ ਹੀ ਕੰਮ ਕਰਨ ਦਾ ਮੌਕਾ, ਅਗਰ 4 ਸਾਲਾਂ ਬਾਅਦ ਉਹਨਾਂ ਦਾ ਭਵਿੱਖ ਕੀ ਹੋਵੇਗਾ, ਉਹ ਕੀ ਖੱਟਣਗੇ, ਕੀ ਗਵਾਉਣਗੇ। ਗੱਲ ਕਰਾਂਗੇ ਜੋ ਅਫਗਾਨਿਸਤਾਨ ਦੇ ਵਿੱਚ ਇੱਕ ਸੰਖੇਪ ਰੂਪ ਵਿੱਚ ਗੱਲ ਕਰਾਂਗੇ। ਅਫਗਾਨਿਸਤਾਨ ਦੇ ਕਾਬਲ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ, ਉਹ ਕਿਹੜੇ ਗਰੁੱਪ ਨੇ ਕੀਤਾ, ਕਿਉਂਕਿ ਸੁਣਨ ਵਿੱਚ ਇਹ ਆ ਰਿਹਾ ਕਿ ਉੱਥੇ ਤਾਲਿਬਾਨ ਜੋ ਗਰੁੱਪ ਹੈ, ਜਿਨ੍ਹਾਂ ਦੀ ਸਰਕਾਰ ਚੱਲ ਰਹੀ ਹੈ, ਉਹ ਗੁਰਦੁਆਰੇ ਦੇ ਬਾਹਰ ਪਹਿਰਾ ਦੇ ਰਹੇ ਨੇ, ਤੇ ਦੂਸਰੇ ਗਰੁੱਪ ਵੱਲੋਂ ਉੱਥੇ ਬੰਬਬਾਰੀ ਕੀਤੀ ਗਈ, ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਹਦੇ ਬਾਰੇ ਗੱਲ ਕਰਾਂਗੇ। ਗੱਲ ਕਰਾਂਗੇ ਸਮੇਂ ਦੇ ਮੁਤਾਬਿਕ, ਅਗਰ ਸਮਾਂ ਹੋਇਆ ਤੇ ਹੋਰ ਕਿਸੇ ਮੁੱਦੇ ਤੇ। ਅੱਜ ਇਹ ਸਾਰੀਆਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਆਪੋ ਆਪਣੇ ਮਹਿਲਾਂ ਤੋਂ ਜੁੜੇ ਨੇ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਸਰਦਾਰ ਅਮੋਲਕ ਸਿੰਘ ਜੀ ਢਿੱਲੋਂ ਸਾਹਿਬ, ਅਤੇ ਪੰਜਾਬ ਦੀ ਧਰਤੀ ਤੋਂ ਅਚੇਚੇ ਤੌਰ ਤੇ ਰਾਤੀ ਹੀ ਇੰਗਲੈਂਡ ਦੇ ਵਿੱਚ ਪੁੱਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਕਥਾਵਾਚਕ ਦੇ ਤੌਰ ਤੇ ਸੇਵਾ ਨਿਭਾ ਰਹੇ ਗਿਆਨੀ ਅਮਰਿੰਦਰ ਸਿੰਘ ਜੀ, ਉਹ ਆਏ ਨੇ। ਸੋ ਮੈਂ ਜਿੱਥੇ ਦੋਨਾਂ ਵੀਰਾਂ ਨੂੰ ਜੀਆਂ ਆਖਦਾ ਹਾਂ, ਉੱਥੇ ਗਿਆਨੀ ਅਮਰਿੰਦਰ ਸਿੰਘ ਨੂੰ ਅਚੇਚੇ ਤੌਰ ਤੇ ਉਹਨਾਂ ਨੂੰ ਜੀਆਂ ਆਖਦਾ ਕਿ ਪੰਜਾਬ ਚੋਂ ਇੰਗਲੈਂਡ ਦੀ ਧਰਤੀ ਤੇ ਆਉਣ ਤੇ ਤਖੇਵਾਂ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਸੋ ਤਿੰਨਾਂ ਹੀ ਵੀਰਾਂ ਦਾ ਆਪਣੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਜੁੜਨ ਤੇ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾੜਾ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਜੋ ਕਾਬਲ ਦੀ ਧਰਤੀ ਤੇ, ਮੈਂ ਚਾਹੁੰਦਾ ਪਹਿਲਾਂ ਇੱਕ ਸਵਾਲ ਤੁਹਾਨੂੰ ਕਾਬਲ ਦੇ ਵਿੱਚ ਜੋ ਗੁਰਦੁਆਰੇ ਤੇ ਅਟੈਕ ਹੋਇਆ ਉਹਦੇ ਬਾਰੇ ਪੁੱਛਣ ਤੋਂ ਬਾਅਦ ਆਪਾਂ ਜੋ ਆਰਮੀ ਦਾ ਨਵਾਂ ਆਪਣੀ ਪਿੱਠ 'ਚ ਕਿੱਲ ਠੋਕਣ ਦੀ ਕੋਸ਼ਿਸ਼ ਹੋ ਰਹੀ ਉਹਦੇ ਬਾਰੇ ਗੱਲ ਕਰਾਂਗੇ। ਬਾੜਾ ਸਾਹਿਬ, ਪਹਿਲਾਂ ਤੇ ਆਪਣੇ ਸਮੂਹ ਪੈਨਲ ਵੱਲੋਂ ਅਤੇ ਸਿੱਖ ਚੈਨਲ ਵੱਲੋਂ ਸਾਰੇ ਹੀ ਦੂਰ ਦਰਾਡੇ ਬੈਠੇ ਸਾਰੀਆਂ ਸੰਗਤਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਪਹਿਲਾਂ ਸਭ ਤੋਂ ਪਹਿਲਾਂ ਗਿਆਨੀ ਜੀ ਨੂੰ, ਆਪਾਂ ਇਹਨਾਂ ਨੂੰ ਵੀ, ਅਮਰਿੰਦਰ ਸਿੰਘ ਜੀ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਫਿਰ ਆਪਾਂ ਆਪਣੇ ਚੈਨਲ ਤੇ ਅਤੇ ਇੰਗਲੈਂਡ ਦੀ ਧਰਤੀ ਤੇ, ਬਰਮਿੰਘਮ ਦੀ ਧਰਤੀ ਤੇ ਪਹੁੰਚਿਆਂ ਨੂੰ ਜੀ ਆਇਆਂ ਆਖਦੇ ਹਾਂ, ਅਤੇ ਇਹਨਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਕਿ ਜਿੰਨਾ ਵੀ ਇਹਨਾਂ ਦਾ ਸਫ਼ਰ ਹੈ ਉਹ ਸੋਹਣਾ ਤੇ ਸੁਹਾਵਣਾ ਹੋ ਕੇ ਬੀਤੇ, ਤੇ ਜਿਸ ਤਰ੍ਹਾਂ ਇਹ ਵਿਚਰਨ ਲਈ ਆਏ ਨੇ ਉਹ ਇਹਨਾਂ ਦਾ ਜੋ ਟੀਚਾ ਹੈ ਉਹ ਵੀ ਪੂਰਾ ਹੋਵੇ। ਅਤੇ ਨਾਲ ਨਾਲ ਜੋ ਆਪ ਜੀ ਨੇ ਦੱਸਿਆ ਕਿ ਕਾਬਲ ਤੇ ਅਫਗਾਨਿਸਤਾਨ ਦੀਆਂ ਮਤਲਬ ਸੰਗਤਾਂ ਤੇ, ਕਿਉਂਕਿ ਗੁਰੂ ਘਰ ਪਿਛਲੇ ਕਈ ਸਾਲਾਂ ਤੋਂ ਵੀ ਉੱਥੇ ਹਮਲਾ ਹੋਏ ਨੇ, ਬਹੁਤ ਜ਼ਿਆਦਾ ਪਰਿਵਾਰ ਜਿਹੜੇ ਆ, ਪਰਿਵਾਰਾਂ ਦੇ ਮੈਂਬਰ ਬਹੁਤ ਹੀ ਮਤਲਬ ਉਹ ਉੱਥੇ ਜਿਹੜੇ ਆਪਾਂ ਇਹ ਕਹਿ ਲਈਏ ਕਿ ਸ਼ਹੀਦ ਹੋਏ ਜਾਂ ਮਰੇ ਕਹਿ ਲੈਂਦੇ ਆਪਾਂ, ਜਾਂ ਉਹ ਪਾਸ ਹੋਏ ਨੇ। ਪਰ ਲੇਕਿਨ ਚੀਜ਼ ਇਹ ਹੈ ਨਾ ਜੀ ਕਿ ਉੱਥੇ ਜਿਸ ਤਰ੍ਹਾਂ ਆਪ ਜੀ ਨੇ ਸੰਖੇਪ ਚ ਦੱਸਿਆ
ਕਿ ਜਿਨ੍ਹਾਂ ਦੀ ਸਰਕਾਰ ਆ ਉਹ ਤੇ ਪਹਿਰਾ ਦੇ ਰਹੇ ਨੇ, ਕਿਉਂਕਿ ਜਦੋਂ ਪਿਛਲੀ ਵਾਰੀ ਵੀ ਉੱਥੇ ਗੋਲੀ ਚੱਲੀ ਸੀ ਉਸ ਦੇ ਵਿੱਚ ਹਾਂਜੀ ਵੀ ਜਿਹੜੇ ਮਰੇ ਸਨ ਉਹਨਾਂ ਦੇ ਮਤਲਬ ਇਹਨਾਂ ਨੇ ਆ ਕੇ ਉਹਨਾਂ ਨੂੰ ਪਹਿਲ ਕਦਮੀ ਦੇ ਵਿੱਚ ਉਹਨਾਂ ਦੀ ਫਸਟ ਏਡ ਜਾਂ ਟ੍ਰੀਟਮੈਂਟ ਦਿੱਤਾ ਸੀਗਾ। ਪਰ ਲੇਕਿਨ ਇਹ ਨਹੀਂ ਹੁਣ ਪਤਾ ਕਿ ਉਹ ਕਿਹੜੇ ਅੱਤਵਾਦੀ ਨੇ, ਕਿਉਂਕਿ ਆਪਾਂ ਹਮੇਸ਼ਾ ਹੀ ਚੈਨਲ ਤੇ ਕਹਿੰਦੇ ਆ ਕਿ ਜਿਹੜੇ ਇਹੋ ਜਿਹੇ ਹਮਲਾਵਰ ਹੁੰਦੇ ਨੇ ਅੱਤਵਾਦੀ, ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ, ਉਹਨਾਂ ਦੀ ਕੋਈ ਬਿਲਕੁਲ ਬਾਤ ਨਹੀਂ ਹੁੰਦੀ ਕਿ ਉਹਨਾਂ ਨੇ ਕਿਸ ਤਰ੍ਹਾਂ ਹੱਲਾ ਬੋਲਣਾ ਆ, ਜਾਂ ਮਤਲਬ ਬੱਚੇ ਤੇ ਜਾਂ ਕਿਸੇ ਨਿਹੱਤੇ ਤੇ, ਹਾਂਜੀ, ਜਾਂ ਤੀਵੀਆਂ ਦੇ ਉੱਪਰ, ਔਰਤਾਂ ਦੇ ਉੱਪਰ। ਸੋ ਮਤਲਬ ਇਹ ਜਿਹੜਾ ਉਹਨਾਂ ਨੇ ਕਰਾਉਣਾ ਇਹ ਹੈ, ਫਿਰ ਇੱਕ ਹਰਕਤ ਕੀਤੀ ਆ ਜਿਸ ਦੇ ਵਿੱਚ ਮੇਰੇ ਖਿਆਲ ਨਾਲ, ਮੈਂ ਨਾਮ ਮਾਈਕ ਵਿਸਰ ਵੀ ਜਾਵੇ, ਮੇਰੇ ਖਿਆਲ ਸਤਵਿੰਦਰ ਸਿੰਘ ਸੀ ਉਹਨਾਂ ਦਾ, ਮਤਲਬ ਉਹਨਾਂ ਦੀ ਇਹ ਮੌਤ ਹੋਈ ਆ। ਪਰ ਲੇਕਿਨ ਹਾਂਜੀ ਆਪਾਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਚੋਂ ਪਰਿਵਾਰ ਨਾਲ ਅਤੇ ਸਾਰਿਆਂ ਦੇ ਨਾਲ, ਕਾਬਲ ਦੀਆਂ ਸਾਰੀਆਂ ਸੰਗਤਾਂ ਦੇ ਨਾਲ ਦਿਲੋਂ ਹਮਦਰਦੀ ਤੇ ਅਫਸੋਸ ਕਰਦੇ ਹਾਂ ਤੇ ਅਰਦਾਸ ਕਰਦੇ ਕਿ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ। ਪਰ ਲੇਕਿਨ ਜਿਸ ਤਰ੍ਹਾਂ ਆਪਾਂ ਆਪਣੇ ਗੁਰੂ ਘਰ ਵਿਖੇ ਵੀ ਗੱਲਾਂ ਕਰਦੇ ਹਾਂ ਕਿ ਉੱਥੇ ਹੁਣ ਰਹਿਣਾ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਇੱਕ ਡਰਾਉਣਾ ਟਾਈਮ ਬੀਤ ਰਿਹਾ, ਕਿਉਂਕਿ ਖਤਰਨਾਕ ਉੱਥੇ ਗੁਰੂ ਘਰ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਨੇ ਸੰਗਤਾਂ, ਬੜੀ ਦੇਰ ਤੋਂ, ਮਤਲਬ ਮੇਰਾ ਖਿਆਲ ਕਿ ਜੇ ਮੈਂ ਆਪਾਂ ਕਹਾਂ ਇਹ 50-60 ਸਾਲਾਂ ਤੋਂ ਵੀ ਮਤਲਬ ਸੰਗਤਾਂ ਜੁੜੀਆਂ ਨੇ, ਗੁਰਦੁਆਰੇ ਚੱਲ ਰਹੇ ਸੀ। ਪਰ ਲੇਕਿਨ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹ ਪਤਾ ਨਹੀਂ ਕਿਹੜੇ ਨੌਜਵਾਨ ਜਾਂ ਕਿਹੜੀ ਇਹ ਮੁਰੇ ਅੱਤਵਾਦੀ ਨੇ ਇਹਨਾਂ ਨੇ ਕਈ ਵਾਰੀ ਹਮਲਾ ਕੀਤਾ ਤੇ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸਾਡੀ ਕੰਟਰੀ ਨੂੰ ਛੱਡ ਜਾਓ, ਹਾਂਜੀ, ਇੱਥੋਂ ਹਾਂਜੀ ਨਿਕਲ ਜਾਓ। ਤੋਂ ਮਤਲਬ ਇਹ ਵੀ ਭਾਵੇਂ ਪੰਜਾਬ ਆਪਣੀ ਇੰਡੀਆ ਦੀ ਸਰਕਾਰ ਦੀ ਗੱਲ ਕਰਾਂ ਜਾਂ ਜਿਹੜੇ ਵੀ ਕੋਈ ਹੋਮ ਮਿਨਿਸਟਰ ਦੀ ਗੱਲ ਕਰਾਂ, ਕਿਸੇ ਨੇ ਵੀ ਉਹਨਾਂ ਨੇ ਮਤਲਬ ਬਹੁਤ ਪਹਿਲ ਕਦਮੀ ਕੀਤੀ ਕਿ ਉਹਨਾਂ ਦੇ ਉੱਥੇ ਜਿਹੜੇ ਬੰਦੇ ਨੇ ਉਹਨਾਂ ਨੇ ਇਹ ਟਿਕਟਾਂ ਦੇ ਕੇ ਸੱਦਿਆ ਤੇ ਮੰਗਾਇਆ ਵੀ ਆ, ਹਾਂਜੀ, ਉਹਨਾਂ ਨੂੰ ਉੱਥੇ ਉਹਨਾਂ ਨੂੰ ਸ਼ੈਲਟਰ ਵੀ ਦਿੱਤੇ ਨੇ। ਪਰ ਲੇਕਿਨ ਇਹ ਬਹੁਤ ਮੰਦਭਾਗੀ ਘਟਨਾ ਹੈ ਜੀ। ਪਰ ਲੇਕਿਨ ਇਸ ਦੇ ਵਿੱਚ ਦਿਲ ਨੂੰ ਕੰਬਾਊ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਨਿਹੱਤਿਆਂ ਦੇ ਉੱਪਰ ਆ ਕੇ ਕਰ ਦੇਣਾ ਵਾਰ, ਕਿਉਂਕਿ ਉਹਨਾਂ ਦੇ ਬਿਜ਼ਨਸ ਚੱਲਦੇ ਨੇ, ਬੜੇ ਵੱਡੇ ਬਿਜ਼ਨਸ ਚੱਲਦੇ ਨੇ। ਇੱਥੇ ਆ ਕੇ ਵੀ ਹਾਂਜੀ ਹੁਣ ਦੇਖ ਰਹੇ ਆ ਜਿਹੜੇ ਅਫਗਾਨ ਤੋਂ, ਕਾਬਲ ਤੋਂ ਇੱਥੇ ਆਏ ਨੇ, ਉਹਨਾਂ ਦੇ ਜਿੱਦਾਂ ਉਹਨਾਂ ਨੇ ਸਿੱਖੀ ਸਾਂਭੀ ਹੋਈ ਆ, ਜਿਸ ਤਰ੍ਹਾਂ ਉੱਥੇ ਉਹਨਾਂ ਦੇ ਬਿਜ਼ਨਸ ਨੇ, ਪਰ ਲੇਕਿਨ ਇੱਥੇ ਆ ਕੇ ਵੀ ਉਹਨਾਂ ਨੇ ਕੰਮ ਕੀਤੇ ਨੇ, ਪਰ ਲੇਕਿਨ ਉਹ ਉੱਥੋਂ ਬਹੁਤ ਦੁਖੀ ਹੋ ਕੇ ਨਿਕਲੇ ਨੇ ਜਿੰਨੇ ਸਾਲਾਂ ਦੇ ਬੈਠੇ ਜੀ। ਬਿਲਕੁਲ ਬਿਲਕੁਲ ਬਿਲਕੁਲ। ਸੋ ਮੈਂ ਰੇੜੀਆਂ ਬਾੜਾ ਸਾਹਿਬ ਤੁਹਾਡਾ ਕਿ ਆਪਾਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਹਾਰਾਜ ਸਰੂਪ ਨੂੰ ਸੁਰੱਖਿਅਤ ਕਿਸੇ ਦੇ ਘਰ ਪਹੁੰਚਾਇਆ ਗਿਆ ਅਤੇ ਜਿਹਦੀ ਵੀਡੀਓ ਵੀ ਵਾਇਰਲ ਹੋਈ, ਅਤੇ ਉਹਨਾਂ ਨੇ ਇਹ ਵੀ ਉਹਨਾਂ ਨੂੰ ਚੈਲੰਜ ਕੀਤਾ ਸੀ ਸਿੱਖਾਂ ਨੂੰ ਕਿ ਅਸੀਂ ਤੁਹਾਡੇ ਗੁਰੂ ਨੂੰ ਇੱਥੋਂ ਨਹੀਂ ਜਾਣ ਦੇਵਾਂਗੇ, ਲੇਕਿਨ ਬਲਿਹਾਰੇ ਜਾਈਏ ਆਪਾਂ ਉਹਨਾਂ ਸਿੱਖਾਂ ਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੋਂ ਗੁਰਦੁਆਰਾ ਸਾਹਿਬ ਤੋਂ ਜਿੱਥੇ ਬੰਬਾਂ ਨਾਲ ਉਹਨਾਂ ਨੇ ਅਟੈਕ ਕੀਤਾ ਉੱਥੋਂ ਕੱਢ ਕੇ ਸੁਰੱਖਿਆ ਜਗ੍ਹਾ ਤੇ ਪਹੁੰਚਾਇਆ ਗਿਆ। ਢਿੱਲੋਂ ਸਾਹਿਬ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਤੁਸੀਂ ਇਸ ਘਟਨਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਰਾਮੇਵਾਲ ਜੀ, ਗੱਲ ਇਹ ਹੈ ਕਿ ਭਾਵੇਂ ਮੈਂ ਤੇ 5-4 ਘੰਟੇ ਬੋਲੀ ਜਾਵਾਂ ਵੀ ਕਿਉਂ ਸਿਚੁਏਸ਼ਨ ਕਿਉਂ ਖਰਾਬ ਹੋਈ ਹੈ। ਬੇਸਿਕਲੀ ਤੇ ਪ੍ਰੋਬਲਮ ਜਦੋਂ ਰਸ਼ੀਆ ਵਾਲਿਆਂ ਨੇ ਇੱਥੇ ਆ ਕੇ ਇੰਟਰਫੀਰੈਂਸ ਕੀਤਾ, ਫਿਰ ਅਮਰੀਕਾ ਨੇ ਇੰਟਰਫੀਰੈਂਸ ਕੀਤਾ, ਅਫਗਾਨਿਸਤਾਨ ਦੀ ਹਾਲਤ ਬਹੁਤ ਖਰਾਬ ਹੋ ਗਈ। ਹਾਂਜੀ ਤੇ ਸਿੱਖ ਤਕਰੀਬਨ 50 ਸਾਲ ਤੋਂ ਨਹੀਂ ਰਹਿੰਦੇ, ਸਿੱਖ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਅਫਗਾਨਿਸਤਾਨ ਦੇ ਵਿੱਚ ਰਹਿੰਦੇ ਆ। ਔਰ ਜਿਸ ਵੇਲੇ ਪਾਕਿਸਤਾਨ 1947 ਦੇ ਵਿੱਚ ਵੀ ਜਦੋਂ ਪਾਕਿਸਤਾਨ ਦੇ ਵਿੱਚ ਆਪਣੇ ਹਿੰਦੂ ਸਿੱਖਾਂ ਦੇ ਨਾਲ ਫਸਾਦ ਹੋਏ ਤੇ ਕਾਫੀ ਸਿੱਖ ਉਹ ਇੱਧਰ ਇੰਡੀਆ ਜਿਹੜੇ ਉਧਰਲੇ ਪੰਜਾ ਸਾਹਿਬ ਦੇ ਵੱਲ ਦੇ ਪਾਸੇ ਸੀ, ਉਹ ਅਫਗਾਨਿਸਤਾਨ ਦੇ ਵਿੱਚ ਕ੍ਰੋਸ ਕਰ ਗਏ ਸੀ। ਅਫਗਾਨਿਸਤਾਨ ਦੀ ਜਿਹੜੀ ਪਸ਼ਤੂਨ ਕਮਿਊਨਿਟੀ ਆ ਉਹ ਬੜੀ ਮਤਲਬ ਵਧੀਆ ਸੀਗੀ ਔਰ ਮਿਨੋਰਟੀਜ਼ ਨੂੰ ਬੜਾ ਆਪਣੇ ਪ੍ਰੋਟੈਕਟ ਰੱਖਦੇ ਸੀਗੇ ਤੇ ਬੜੇ ਦੋਸਤਾਨਾ ਸੰਬੰਧ ਸੀਗੇ ਤੇ ਸਿੱਖ ਜਿਹੜੇ ਬੜੀ ਚੰਗੀ ਤਰ੍ਹਾਂ ਉੱਥੇ ਰਹਿ ਰਹੇ ਸੀਗੇ। ਲੇਕਿਨ ਹੁਣ ਤੱਕ ਸਟੋਰੀ ਸ਼ਾਰਟ ਕਿ ਹੁਣ ਜਿਹੜੀ ਸਿਚੁਏਸ਼ਨ ਹੈ ਅਫਗਾਨਿਸਤਾਨ ਦੇ ਵਿੱਚੋਂ ਜਿਹੜੇ ਵੀ ਹਿੰਦੂ ਸਿੱਖ ਰਹਿੰਦੇ ਆ, ਕੁਛ ਤਾਂ ਵੈਸਟਰਨ ਕੰਟਰੀ ਚਲੇ ਗਏ ਆ ਤੇ ਕੁਛ ਅਮਰੀਕਾ ਕੈਨੇਡਾ ਚਲੇ ਗਏ ਆ, ਤੇ ਜਿਹੜੇ ਬਾਕੀ ਰਹਿੰਦੇ ਆ ਉਹ ਆਪਣੀ ਹਿੰਦੁਸਤਾਨ ਦੀ ਸਰਕਾਰ ਦਾ ਫਰਜ਼ ਬਣਦਾ ਕਿ ਮੇਰਾ ਖਿਆਲ ਵੀਜ਼ੇ ਦੇ ਵੀ ਰਹੇ ਆ, ਉਹ ਇਸ ਪਾਸੇ ਨੂੰ ਕੰਮ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੂੰ ਹਿੰਦੂ ਸਿੱਖਾਂ ਨੂੰ ਉੱਥੋਂ ਵੀਜ਼ੇ ਦੇ ਕੇ ਉਹਨਾਂ ਨੂੰ ਉੱਥੋਂ ਕੱਢ ਲੈਣਾ ਚਾਹੀਦਾ। ਔਰ ਜਿਹੜੀ ਹੁਣ ਪ੍ਰੈਕਟੀਕਲ ਗੱਲ ਕਰਨ ਵਾਲੀ ਆ ਉਹਨਾਂ ਲੋਕਾਂ ਦੀ ਸਰਕਾਰ ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਜਨਰਲੀ ਸਿੱਖ ਸੰਗਤ ਜਿਹਦੇ ਵਿੱਚ ਆਪਾਂ ਵੀ ਇਨਕਲੂਡ ਆ, ਆਪਾਂ ਨੂੰ ਉਹਨਾਂ ਲੋਕਾਂ ਦੀ ਵੇਰੀਏਸ਼ਨ ਵਾਸਤੇ ਸਹਾਇਤਾ ਹਾਂਜੀ ਕਰਨੀ ਚਾਹੀਦੀ ਹੈ। ਉਹਨਾਂ ਦਾ ਰਹਿਣਾ ਉੱਥੇ ਬੜਾ ਮੁਸ਼ਕਲ ਆ। ਇਕੱਲੇ ਉਹਨਾਂ ਦਾ ਰਹਿਣਾ ਹੀ ਨਹੀਂ ਮੁਸ਼ਕਲ, ਉੱਥੇ ਜਿਹੜੇ ਅਫਗਾਨਿਸਤਾਨ ਦੇ ਲੋਕ ਆ ਉਹਨਾਂ ਦਾ ਵੀ ਬੜਾ ਬੁਰਾ ਹਾਲ ਆ ਤੇ ਅਨਫੋਰਚੂਨੇਟ ਸਿਚੁਏਸ਼ਨ ਆ, ਕਿਉਂਕਿ ਬੜੇ ਹਿਸਟੋਰੀਕਲ ਗੁਰਦੁਆਰਾ ਸੀ। ਬੜੀ ਦੁੱਖ ਦੀ ਗੱਲ ਆ, ਪਰ ਇਸਲਾਮਿਕ ਵਰਲਡ ਦੇ ਵਿੱਚ ਜੋ ਉਥਲ ਪੁਥਲ ਪਿਛਲੇ ਸਾਲਾਂ ਦੇ ਵਿੱਚ ਹੋ ਰਹੀ ਆ, ਇਹ ਇਕੱਲੀਆਂ ਮਿਨੋਰਟੀਜ਼ ਨਹੀਂ, ਉੱਥੇ ਆਪਣੇ ਜਿਹੜੇ ਸ਼ੀਆ ਤੇ ਸੁੰਨੀ ਤੇ ਅਹਿਮਦੀਆ ਤੇ ਦੂਸਰੇ ਇੱਕ ਦੂਜੇ ਨੂੰ ਹਜ਼ਾਰਾਂ ਸਿੱਖ, ਹਜ਼ਾਰਾਂ ਜਿਹੜੇ ਉੱਥੇ ਦੇ ਹੈਗੇ ਆ ਅਫਗਾਨੀ, ਉਹਨਾਂ ਦੇ ਉੱਤੇ ਵੀ ਹਮਲੇ ਹੋ ਰਹੇ ਆ। ਤੇ ਸਿੱਖ ਤਾਂ ਬੜੀ ਥੋੜੀ ਜਿਹੀ ਮਿਨੋਰਟੀ 'ਚ ਰਹਿ ਗਏ, ਮੇਰੇ ਖਿਆਲ 100 ਦੇ ਵਿੱਚ ਰਹਿੰਦੇ ਆ। ਉਹਨਾਂ ਨੂੰ ਜਲਦੀ ਤੋਂ ਬਿਲਕੁਲ ਜਲਦੀ ਕੱਢ ਕੇ ਉਹਨਾਂ ਦੀ ਰੀਪੀਲੇਸ਼ਨ ਕਰਨੀ ਚਾਹੀਦੀ ਆ। ਥੈਂਕ ਯੂ। ਬਿਲਕੁਲ ਮੈਂ ਰਿਣੀ ਆ ਤੁਹਾਡਾ, ਲੇਕਿਨ ਇੱਥੇ ਮੈਂ ਇੱਕ ਗੱਲ ਕਰਦਾ ਜਾਵਾਂ। ਬਾਬਾ ਜੀ ਤੁਹਾਡੇ ਕੋਲ ਆਵਾਂਗਾ ਗਿਆਨੀ ਜੀ, ਕਿ ਜਿਸ ਤਰ੍ਹਾਂ ਆਪਾਂ ਭਲੀ ਭਾਤ ਜਾਣਦੇ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ, ਲੇਕਿਨ ਆਪਣੇ ਪਹਿਲੇ ਪਾਤਸ਼ਾਹ ਨੇ ਉਦੋਂ ਤੱਕ ਆਪਣੀਆਂ ਉਦਾਸੀਆਂ 'ਚ ਫੇਰੀਆਂ ਵੀ ਪਾਈਆਂ ਕਾਬਲ ਦੇ ਵਿੱਚ। ਉੱਥੇ ਗੁਰੂ ਦੀ ਚਰਨ ਛੋਹ ਗੁਰਦੁਆਰਾ ਵੀ ਸਥਾਪਿਤ ਹੈ। ਸ਼੍ਰੋਮਣੀ ਕਮੇਟੀ ਨੇ ਹਰ ਸਮੇਂ, ਜੇ ਪਿੱਛੇ ਵੀ ਅਟੈਕ ਹੋਏ ਸੀ, ਕਿਉਂਕਿ ਜਦੋਂ ਦੀ ਪਹਿਲਾਂ ਰਸ਼ੀਆ, ਉਸ ਤੋਂ ਬਾਅਦ ਅਮਰੀਕਾ, ਉਸ ਤੋਂ ਬਾਅਦ ਬਾਕੀ ਦੀਆਂ ਕੰਟਰੀਆਂ ਨੇ ਹਮੇਸ਼ਾ ਅਫਗਾਨਿਸਤਾਨ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ। ਕੋਈ ਸਮਾਂ ਸੀ ਜਦੋਂ ਅਫਗਾਨਿਸਤਾਨ ਦਾ ਜੋ ਰੁਪਈਆ ਸੀ, ਜੋ ਪੈਸਾ, ਜੋ ਵੀ ਉਹ ਉਹਨੂੰ ਸੱਦਦੇ ਆ, ਉਹ ਇਹਨਾਂ ਦੇ ਪਾਉਂਡ ਨਾਲੋਂ, ਇਹਨਾਂ ਦੇ ਡਾਲਰ ਨਾਲੋਂ ਕਿਤੇ ਮਹਿੰਗਾ ਸੀ, ਕਿਤੇ ਵੱਡਾ ਸੀ। ਜਿੱਦਾਂ ਆਪਣਾ ਇੰਡੀਆ ਦਾ ਰੁਪਈਆ 1 ਰੁਪਈਏ ਦੇ ਕੋਈ ਸਮੇਂ 'ਚ 2 ਪਾਉਂਡ ਬਣਦੇ ਸੀ, ਲੇਕਿਨ ਅੱਜ ਆਪਾਂ ਕਿੱਥੇ ਖੜੇ, ਆਪਾਂ ਭਲੀ ਭਾਤ ਜਾਣਦੇ ਹਾਂ। ਲੇਕਿਨ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਧਾਰਮਿਕ ਵਿਸ਼ੇ ਦੇ ਨਾਲ ਸੰਬੰਧਿਤ ਆ, ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਵਿੱਚ ਕੀ ਕੀਤਾ, ਕੀ ਪਾਰਟ ਪਲੇ ਕੀਤਾ? ਦੇਖੋ ਜੀ ਰਾਮੇਵਾਲ ਸਾਹਿਬ, ਜਦੋਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਹੋਂਦ ਦੀ ਜਦੋਂ ਲੜਾਈ ਹੁੰਦੀ ਆ ਤੇ ਸਿੱਖ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਹਰ ਹੀਲੇ ਯਤਨ ਕਰਦਾ ਹੈ, ਤੇ ਇਸ ਕਰਕੇ ਅਸੀਂ ਉਹਨਾਂ ਦੇ ਅੱਗੇ ਸਿਰ ਵੀ ਝੁਕਾਉਂਦੇ ਆ ਕਿ ਜਿਨ੍ਹਾਂ ਨੇ ਇਹੋ ਜਿਹੇ ਮਾਹੌਲ ਦੇ ਵਿੱਚ ਹੁੰਦਿਆਂ ਹੋਇਆਂ ਵੀ ਕਿ ਸਤਿਗੁਰੂ ਮਹਾਰਾਜ ਜੀ ਦੇ ਸਥਾਨਾਂ ਦੀ ਸੇਵਾ ਸੰਭਾਲ ਦਾ ਜਿਹੜਾ ਬੀੜਾ ਉਹ ਆਪਣੇ ਸਿਰ ਦੇ ਉੱਤੇ ਚੁੱਕ ਕੇ ਰੱਖਿਆ, ਕਿ ਨਹੀਂ ਅਸੀਂ ਇਹ ਥਾਂ, ਹਾਲਾਂਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਸੰਪੰਨ ਨੇ, ਉਹਨਾਂ ਕੋਲ ਸਹੂਲਤ ਹੈ, ਉਹਨਾਂ ਕੋਲ ਆਫਰ ਵੀ ਹੈ ਦੂਸਰੇ ਦੇਸ਼ਾਂ ਵੱਲੋਂ ਕਿ ਅਸੀਂ ਤੁਹਾਨੂੰ ਇੱਥੇ ਜਿਹੜਾ ਵਾ ਉਹ ਸ਼ਰਨ ਦੇਣ ਨੂੰ ਵੀ ਤਿਆਰ ਆ, ਪਰ ਉਹ ਫਿਰ ਵੀ ਉਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਕਰ ਸਕੀਏ ਜਿਨ੍ਹਾਂ ਸਥਾਨਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨ ਪਾਏ, ਉਹਨਾਂ ਦੀ ਚਰਨ ਛੋਹ ਪ੍ਰਾਪਤ ਉਹ ਸਥਾਨ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਸਿੱਖੀ ਜਿਹੜੀ ਹੈ ਉਹ ਉਹਨਾਂ ਸਥਾਨਾਂ ਦੇ ਉੱਪਰ, ਕਾਬਲ, ਕੰਧਾਰ, ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਫੈਲੀ ਆ। ਦੂਸਰਾ, ਇੱਕ ਸ਼ੁਰੂਆਤ ਦੇ ਵਿੱਚ ਗੱਲ ਕਹੀ ਸੀ ਤੇ ਮੈਂ ਸੋਚਦਾ ਕਿ ਸ਼ਾਇਦ ਸਾਨੂੰ ਉਹਦੇ ਵਿੱਚ ਹੁਣ ਥੋੜਾ ਜਿਹਾ ਬਦਲਾਅ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਇਹ ਗੱਲ ਆਖਦੇ ਆਉਂਦੇ ਆ ਕਿ ਜਿਹੜੇ ਦਹਿਸ਼ਤਗਰਦ ਹੁੰਦੇ ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਪਰ ਅਸੀਂ ਹੁਣ ਇਹ ਕਹਿਣਾ ਸ਼ੁਰੂ ਕਰ ਦੇਣਾ ਚਾਹੀਦਾ ਉਹਨਾਂ ਦੀ ਜਾਤ ਜਿਹੜੀ ਹੈ ਉਹ ਹੰਕਾਰ ਤੇ ਈਰਖਾ ਹੋ ਸਕਦੀ ਆ, ਉਹਨਾਂ ਦੀ ਜਾਤ ਜਿਹੜੀ ਆ ਉਹ ਨਿੱਜੀ ਨਫ਼ਰਤ ਹੋ ਸਕਦੀ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਵੀ ਕਹਿੰਦੇ ਸਾਡੀ ਕੋਈ ਜਾਤ ਨਹੀਂ, ਸਾਡਾ ਕੋਈ ਧਰਮ ਨਹੀਂ, ਸਾਨੂੰ ਅਸੀਂ ਸਾਰਿਆਂ ਨਾਲ ਪਿਆਰ ਕਰਦੇ ਹਾਂ, ਪਰ ਇੱਕ ਸਾਰਿਆਂ ਨਾਲ ਪਿਆਰ ਕਰਕੇ ਸਾਰਿਆਂ ਨੂੰ ਗਲਵੱਕੜੀ ਵਿੱਚ ਲੈਣ ਨੂੰ ਤਿਆਰ ਨੇ, ਤੇ ਦੂਸਰੇ ਇੰਨੇ ਕੁ ਨਫ਼ਰਤ ਦੇ ਨਾਲ ਭਰੇ ਨੇ ਕਿ ਕੇਵਲ ਨਿੱਜੀ ਸਵਾਰਥ ਵਾਸਤੇ, ਨਿੱਜੀ ਮਨੋਰਥਾਂ ਵਾਸਤੇ ਉਹ ਕਿਸੇ ਨੂੰ ਵੀ ਕਤਲ ਕਰਨ ਵਾਸਤੇ, ਕਿਸੇ ਨੂੰ ਗੋਲੀ ਮਾਰਨ ਵਾਸਤੇ, ਬੰਬ ਨਾ ਉਡਾਉਣ ਵਾਸਤੇ। ਇਸ ਕਰਕੇ ਉਹਨਾਂ ਦੀ ਜਾਤ ਜਿਹੜੀ ਆ ਉਹ ਹੋਣੀ ਚਾਹੀਦੀ, ਉਹਨਾਂ ਦੀ ਜਾਤ ਨਫ਼ਰਤ, ਈਰਖਾ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਾਤ ਹੈ। ਤੀਸਰਾ, ਅਸੀਂ ਇੱਥੇ ਇਹ ਦੇਖਾਂਗੇ ਕਿ ਜਿਹੜਾ ਸਿੱਖੀ ਦੇ ਵਾਸਤੇ ਜਜ਼ਬਾ ਪਿਆਰ ਦੇਖਦੇ ਹਾਂ ਕਿ ਉਹਨਾਂ ਨੇ ਸਿੱਖੀ ਸਰੂਪ ਨੂੰ ਵੀ ਸਾਂਭ ਕੇ ਰੱਖਿਆ, ਜਿੰਨੇ ਕਾਬਲ ਸਿੱਖ ਵਸਦੇ ਨੇ ਜਾਂ ਹੋਰ ਉਹ ਲਾਗੇ ਛਾਗੇ ਉਹਨਾਂ ਇਲਾਕਿਆਂ ਦੇ ਵਿੱਚ ਸਿੱਖ ਰਹਿੰਦੇ ਨੇ, ਤੇ ਇਹ ਸਮੁੱਚੇ ਤੌਰ ਤੇ ਚਲੋ ਸਮੁੱਚੀ ਵਿਸ਼ਵ ਦੀ ਇਹ ਜਿਹੜੀ ਆ ਉਹ ਫਰਜ਼ ਬਣਦੇ ਆ ਕਿ ਅਸੀਂ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਜਾਂ ਉਹਨਾਂ ਵਾਸਤੇ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਚਾਹੀਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਤੌਰ ਤੇ, ਨਿੱਜੀ ਤੌਰ ਤੇ, ਜਿੱਥੇ ਉਹਨਾਂ ਸਿੱਖਾਂ ਦੇ ਨਾਲ ਹਮਦਰਦੀ ਰੱਖਦੀ, ਉਹਨਾਂ ਸਿੱਖਾਂ ਦੇ ਨਾਲ ਫੋਨ ਦੇ ਉੱਤੇ ਜਾਂ ਉਸ ਤਰ੍ਹਾਂ ਸੰਪਰਕ ਵੀ ਕੀਤੇ। ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਹੜਾ ਵਾ ਉਹ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਕਿ ਜਿੱਥੋਂ ਤੱਕ ਹੋ ਸਕੇ ਅਸੀਂ ਉਸ ਪਾਸੇ ਨੂੰ ਜਿਹੜਾ ਉਹ ਧਿਆਨ ਕਰਨਾ, ਸਹਾਇਤਾ ਕਰਨੀ ਹੈ ਤੇ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲ ਬਹਾਲ ਕੀਤੀ ਜਾ ਸਕੇ, ਕੋਸ਼ਿਸ਼ ਹਰ ਹੀਲੇ ਕਰਨੀ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਫਿਰ ਸਮੇਂ-ਸਮੇਂ ਜਦੋਂ ਇਸ ਤਰ੍ਹਾਂ ਦੀਆਂ ਘਟਨਾ ਵਾਪਰਦੀਆਂ ਨੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਸਥਾ ਹੈ, ਨਾ ਕਿ ਸਰਕਾਰ ਹੈ। ਸੰਸਥਾ ਆਵਾਜ਼ ਉਠਾ ਸਕਦੀ, ਫੈਸਲੇ ਨਹੀਂ ਕਰ ਸਕਦੀ। ਫੈਸਲੇ ਜਿਹੜੇ ਕਰੇਗੀ ਉਹਨਾਂ ਨੂੰ ਲਾਗੂ ਕਰਨ ਵਾਸਤੇ ਜਿਹੜੀ ਉਹ ਸ਼ਾਸਨ, ਸਾਡੇ ਕੋਲ ਪਾਵਰ ਹੋਣੀ ਜ਼ਰੂਰੀ ਚਾਹੀਦੀ ਹੈ।
ਸੋ ਇਹ ਸਾਡੇ ਵਾਸਤੇ ਸਮਝ ਸਕਦੇ ਆ ਰਾਮੇਵਾਲ ਸਾਹਿਬ ਕਿ ਦੁਖਾਂਤ ਹੀ ਇਹ ਕਿ ਜਦੋਂ ਦੇ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਗਏ ਤੇ ਸਿੱਖਾਂ ਨੂੰ ਆਪਣੀ ਹੋਂਦ ਤੇ ਹਸਤੀ ਵਾਸਤੇ ਬਾਰ-ਬਾਰ ਲੜਨਾ ਪਿਆ, ਭਾਵੇਂ ਉਹ ਉਸ ਸਮੇਂ ਦੀ ਹੋਂਦ ਹਸਤੀ ਦੀ ਗੱਲ ਸੀ ਜਾਂ ਪਿੱਛੇ ਕਾਲੇ ਕਾਨੂੰਨਾਂ ਦੀ ਗੱਲ ਜੇ ਅਸੀਂ ਮੌਜੂਦਾ ਤੌਰ ਤੇ ਦੇਖੀਏ, ਤੇ ਜਾਂ ਅੱਜ ਜਿਹੜਾ ਆਪ ਦੀ ਇੱਕ ਵਿਸ਼ਾ ਹੋਰ ਸ਼ੁਰੂਆਤ ਦੇ ਵਿੱਚ ਸਾਂਝਾ ਕੀਤਾ ਆਰਮੀ ਦੇ ਵਿੱਚ ਨੌਕਰੀਆਂ ਦਾ। ਹਰ ਵਾਰ ਜੇਕਰ ਸਾਡਾ ਰਾਜ ਆਪਣਾ ਨਹੀਂ ਜਾਂ ਸਾਡੇ ਕੋਲ ਆਪਣੀ ਹੋਂਦ ਹਸਤੀ ਬਚਾਉਣ ਵਾਸਤੇ ਜਦੋਂ ਯਤਨ ਕਰਨੇ ਪੈਂਦੇ ਆ, ਤੇ ਫਿਰ ਸਾਨੂੰ ਦੂਸਰੇ ਵਾਲੇ ਪਾਸੇ ਦੇਖਣਾ ਪੈਂਦਾ ਕਿ ਦੂਸਰਾ ਸਾਡੇ ਉੱਤੇ ਕਿੰਨੇ ਕੁ ਪਰਉਪਕਾਰ ਦੇ ਧਿਆਨ ਦੇ ਨਾਲ ਨਿਗਾਹ ਦੇ ਨਾਲ ਦੇਖਦਾ ਪਿਆ ਹੈ। ਬਾਣੀ ਤੇ ਵੈਸੇ ਇਹ ਗੱਲ ਆਖਦੀ ਆ ਕਿ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖੀ ਜੀਓ ਸਰੀਰੋਂ ਲੈ। ਸੋ ਇਹ ਸਿੱਖਾਂ ਦੀ ਆਪਣੀ ਹੋਂਦ ਹਸਤੀ ਗੁਰੂ ਸਾਹਿਬ ਕਿਰਪਾ ਕਰਨ ਕਿ ਇਸੇ ਤਰ੍ਹਾਂ ਕਾਇਮ ਰਹਿ ਸਕੇ। ਅਸੀਂ ਆਜ਼ਾਦ ਹਸਤੀ ਦੇ ਮਾਲਕ ਸਤਿਗੁਰ ਮਹਾਰਾਜ ਜੀ ਨੇ ਬਖਸ਼ਿਆ ਸਾਨੂੰ। ਸੋ ਇਸ ਕਰਕੇ ਇਹ ਜ਼ਰੂਰੀ ਆ ਕਿ ਉਦਮ ਸਰਕਾਰਾਂ ਦੇ ਜ਼ਰੂਰ ਬਣਦੇ ਨੇ ਕਿ ਜਿੱਥੇ ਚਲੋ ਤਾਲਿਬਾਨ ਸਰਕਾਰ ਜਿਹੜੀ ਆ ਉਹ ਚਾਹੁੰਦੀ ਆ ਕਿ ਅਸੀਂ ਗੁਰੂ ਘਰ ਜਿਹੜਾ ਹੈ ਉਹ ਦੁਬਾਰਾ ਬਣਾ ਕੇ ਵੀ ਦੇਵਾਂਗੇ ਤੇ ਉਹ ਗੁਰਦੁਆਰਾ ਸਾਹਿਬ ਦੀ ਰਾਖੀ ਕਰਨ ਵਾਸਤੇ ਵੀ ਖੜੇ ਆ, ਪਰ ਦੂਸਰੇ ਪਾਸੇ ਜਿਨ੍ਹਾਂ ਦਾ ਕੋਈ ਜਾਤ ਕੋਈ ਧਰਮ ਜਾਂ ਜਿਨ੍ਹਾਂ ਦੀ ਜਾਤ ਕੇਵਲ ਈਰਖਾ ਨਫ਼ਰਤ ਹੈ, ਉਹ ਸਿੱਖੀ ਨੂੰ ਨਹੀਂ, ਇਕੱਲਾ ਸਿੱਖੀ ਦੀ ਅਸੀਂ ਇਕੱਲੀ ਗੱਲ ਨਹੀਂ ਕਰਾਂਗੇ, ਉਹ ਦੂਸਰੇ ਕਿਸੇ ਵੀ ਕੋਈ ਧਰਮ ਜਾਤ ਵਾਲਿਆਂ ਨੂੰ ਦੇਖ ਕੇ ਸੰਸਾਰ ਦੇ ਵਿੱਚ ਤੇ ਉਹ ਖੁਸ਼ ਨਹੀਂ ਹੋ ਸਕਦੇ। ਹਾਂਜੀ ਬਾਬਾ ਜੀ, ਇੱਕ ਗਿਆਨੀ ਜੀ ਤੁਹਾਡੇ ਕੋਲੋਂ ਇੱਕ ਗੱਲ ਜਾਣਨੀ ਚਾਹਾਂਗਾ। ਵੈਸੇ ਤੇ ਮਾੜਾ ਸਾਹਿਬ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ। ਮੈਂ ਇਹ ਗੱਲ ਬਹੁਤ ਦੇਖਦਾ, ਜਿਹੜੇ ਲੋਕ ਖਾਸ ਕਰ ਚਾਹੇ ਅਫਗਾਨਿਸਤਾਨ ਚ ਰਹਿੰਦੇ ਅਫਗਾਨੀ ਆ, ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਦੇਖ ਲਓ ਗੁਰਦੁਆਰਾ ਅਕਾਲ ਦਰਬਾਰ ਸਾਹਿਬ ਆਉਂਦੇ ਆ। ਛੋਟੇ ਛੋਟੇ ਬੱਚਿਆਂ ਨੂੰ ਵੀ ਗੁਰਬਾਣੀ, ਰਹਿਰਾਸ ਸਾਹਿਬ ਦਾ ਪਾਠ, ਜਪਜੀ ਸਾਹਿਬ ਦਾ ਪਾਠ, 5 ਪੌੜੀਆਂ ਦਾ ਪਾਠ, ਜਾਂ ਤੇ ਬਾਕੀ ਪਰਿਵਾਰਾਂ ਨੂੰ, ਬੱਚਿਆਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਗੁਰਬਾਣੀ ਜਿਹੜੀ ਆ ਜ਼ਬਾਨੀ ਕੰਠ ਆ। ਲੇਕਿਨ ਦੂਸਰੀ ਜਿਹੜੀ ਮੈਂ ਦੇਖਦਾ, ਇੱਕ ਹੋਰ ਜਿਹੜੇ ਲੋਕ ਖਾਸ ਕਰ ਹੋਰ ਫਿਰਕੇ ਦੇ ਲੋਕਾਂ ਦੇ ਵਿੱਚ, ਚਾਹੇ ਕਿਸੇ ਕੰਟਰੀ 'ਚ ਰਹਿੰਦੇ ਹੋਣ, ਉਹ ਆਪਣੇ ਧਰਮ ਨੂੰ, ਚਾਹੇ ਉਹ ਸਿੱਖ ਹੋਣ, ਚਾਹੇ ਉਹ ਮੁਸਲਮਾਨ ਹੋਣ, ਚਾਹੇ ਕੋਈ ਹੋਰ ਧਰਮ ਦੇ ਹੋਣ, ਉਹ ਆਪਣੇ ਧਰਮ ਵਿੱਚ ਬੜੇ ਪਰਪੱਕ ਰਹਿੰਦੇ ਨੇ। ਤੀਸਰੀ ਗੱਲ ਮੈਂ ਕਈ ਵਾਰੀ ਇਹ ਸਟੇਜ ਤੋਂ ਵੀ ਆਖੀ ਆ ਕਿ ਇੱਕ ਰਾਮਗੜੀਆ ਧਰਮ ਆ, ਚਲੋ ਧਰਮ ਤਾਂ ਸਿੱਖੀ 'ਚ ਹੀ ਆ ਉਹ, ਲੇਕਿਨ ਇੱਕ ਰਾਮਗੜੀਆ ਫਿਰਕਾ, ਜਿੱਦਾਂ ਆਪਾਂ ਕਹਿੰਦੇ ਨੇ ਕਿ ਜੱਟ ਆ, ਇਹ ਫਲਾਣੇ ਆ, ਇਹ ਰਮਦਾਸੀ ਹੈ, ਫਲਾਣੇ ਆ, ਜਿਹੜੇ ਰਾਮਗੜੀਆ, ਉਹ ਵੀ ਆਪਣੇ ਸਿਰ ਤੋਂ ਉਹਨਾਂ ਦੇ ਗਾਹਾਂ ਬੱਚੇ ਜਾਂ ਉਹਨਾਂ ਦੇ ਬਜ਼ੁਰਗ, ਚਾਹੇ ਉਹਨਾਂ ਨੇ ਮਿਹਨਤਾਂ ਕੀਤੀਆਂ, ਜੋ ਵੀ ਕੰਮ ਕੀਤੇ, ਲੇਕਿਨ ਉਹਨਾਂ ਨੇ ਵੀ ਸਿੱਖੀ ਨੂੰ ਸੰਭਾਲ ਕੇ ਰੱਖਿਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੰਖੇਪ ਵਿੱਚ? ਉਸ ਤੋਂ ਬਾਅਦ ਫਿਰ ਆਪਾਂ ਦੂਸਰੇ ਮੁੱਦੇ ਤੇ ਜਾਂਦੇ। ਦੇਖੋ ਜੀ, ਚਲੋ ਸਿੱਖੀ ਜਿਹੜੀ ਆ ਉਹ ਅੱਜ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਇਹ ਗੱਲ ਦਾ ਦੁਖਾਂਤ ਜਿਹਾ ਬਣ ਗਿਆ ਕਿ ਅਸੀਂ ਨਾ, ਸਾਡਾ ਧਿਆਨ ਵਿਦੇਸ਼ ਜਾਣ ਵਾਲੇ ਪਾਸੇ ਜ਼ਿਆਦਾ ਹੋ ਗਿਆ, ਜਾਂ ਅਸੀਂ ਪੱਛਮੀ ਸੱਭਿਅਤਾ ਨੂੰ ਇੰਨੇ ਕੁ ਧਿਆਨ ਦੇ ਨਾਲ ਆਪਣੇ ਅੰਦਰ ਉਹਨੂੰ ਸਾਡੇ ਅੰਦਰ ਘਰ ਕਰ ਚੁੱਕੀ ਆ ਕਿ ਅਸੀਂ ਉਹਦੇ ਚੋਂ ਨਿਕਲਣ ਦਾ ਯਤਨ ਨਹੀਂ ਕੀਤਾ। ਅਸੀਂ ਸੋਚਦੇ ਸ਼ਾਇਦ ਇਹੀ ਜ਼ਿੰਦਗੀ ਹੁੰਦੀ ਆ। ਜੇ ਅਸੀਂ ਸੋਚਦੇ ਵਿਦੇਸ਼ ਜਾਣ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਕਿ ਨਹੀਂ, ਇਹ ਸਿੱਖੀ ਲੈ ਕੇ, ਦਸਤਾਰ ਲੈ ਕੇ, ਲੰਮੀ ਦਾੜੀ ਲੈ ਕੇ ਅਸੀਂ ਵਿਦੇਸ਼ ਦੇ ਵਿੱਚ ਪਤਾ ਨਹੀਂ ਜਾ ਸਕਾਂਗੇ ਕਿ ਨਹੀਂ ਜਾ ਸਕਾਂਗੇ। ਪਿੱਛੇ ਵੀ ਪ੍ਰੋਗਰਾਮ ਕੀਤਾ, ਹਰਿੰਦਰ ਸਿੰਘ ਗਿੱਲ ਹੋਣਾ ਨਾਲ ਪ੍ਰੋਗਰਾਮ ਕੀਤਾ, ਤੇ ਉੱਥੇ ਵੀ ਗੱਲ ਇਹੀ ਚੱਲੀ ਕਿ ਸਿੱਖੀ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਇਹ ਨੁਕਸਾਨ ਇੰਨਾ ਕਿਉਂ ਹੋ ਰਿਹਾ, ਕਿਉਂਕਿ ਅਸੀਂ ਵੇਖੋ ਵੇਖੀ ਇਸ ਗੱਲ ਦੇ ਪਿੱਛੇ ਪੈ ਗਏ ਹਾਂ ਕਿ ਚਲੋ ਵਿਦੇਸ਼, ਚਲੋ ਜੇ ਕਿਸੇ ਦੀ ਜਾਣ ਦੀ ਇੱਛਾ ਹੈ, ਪਰ ਢੰਗ ਤਰੀਕੇ ਹੋਰ ਵੀ ਕਈ ਹੋ ਸਕਦੇ ਨੇ। ਪਰ ਦੁਆਬੇ ਦੀ ਧਰਤੀ ਤੇ ਮੈਂ ਰਹਿ ਕੇ ਦੇਖਿਆ ਕਿ ਉੱਥੇ ਤਕਰੀਬਨ ਜਦੋਂ ਬੱਚਾ 10ਵੀਂ ਕਰ ਲੈਂਦਾ ਤੇ 18 ਤੋਂ ਪਹਿਲਾਂ ਹੀ ਉਹਨੂੰ ਚਾਹੁੰਦੇ ਆ ਕਿ ਉਹ ਡੌਂਕੀ ਵਗੈਰਾ ਲਾ ਕੇ ਤੇ ਉਹਨੂੰ ਕਿਸੇ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਭੇਜ ਦਿੱਤਾ ਜਾਵੇ। ਤੇ ਹਾਲਾਂਕਿ ਕਈ ਵਾਰੀ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਮੈਂ ਕਈ ਬੱਚੇ ਐਸੇ ਵੀ ਦੇਖੇ ਜਿਹੜੇ ਸਿੱਖੀ ਸਰੂਪ ਦੇ ਨਾਲ ਵੀ ਅਮਰੀਕਾ ਪਹੁੰਚ ਗਏ, ਪਰ ਜਿਹੜੇ ਇਸ ਪਾਸੇ ਸਿੱਖੀ ਤੋਂ ਪਤਤ ਹੋਣਾ ਚਾਹੁੰਦੇ ਆ, ਉਹ ਪਹਿਲਾਂ ਹੀ ਬਹਾਨਾ ਉਹਨਾਂ ਦੇ ਅੰਦਰ ਹੁੰਦਾ ਹੈ ਕਿ ਨਹੀਂ ਜੀ, ਉੱਥੇ ਤਾਂ ਬੜੀ ਮੁਸ਼ਕਲ ਆਏਗੀ, ਅਸੀਂ ਕਿਵੇਂ ਜਾਵਾਂਗੇ। ਇਸ ਕਰਕੇ ਉਹ ਕੇਸ ਕਤਲ ਕਰਵਾ ਦਿੰਦੇ, ਸਿੱਖੀ ਤੋਂ ਮੁਨਕਰ ਹੋ ਜਾਂਦੇ ਆ। ਪਰ ਬਹੁਤ ਸਾਰੇ ਐਸੇ ਇਲਾਕੇ ਨੇ, ਖਾਸ ਕਰਕੇ ਪੰਜਾਬ ਤੋਂ ਬਾਅਦ ਦੀ ਜਿਹੜੀ ਧਰਤੀ ਆ। ਵੈਸੇ ਰਾਮੇਵਾਲ ਸਾਹਿਬ, ਇਹ ਅਸਲ 'ਚ ਹਵਾ ਜਿਹੜੀ ਆ ਨਾ ਕੇਸ ਕਤਲ ਕਰਾਉਣ ਦੀ, ਇਹ 84 ਦਾ ਜਿਹੜਾ ਸਾਡੇ ਉੱਪਰ ਹਮਲਾ ਹੋਇਆ, ਵੁੱਡ ਰੋਜ਼ ਆਪਰੇਸ਼ਨ ਜਿਹੜਾ ਚੱਲਿਆ, ਬਲੈਕ ਰੋਜ਼ ਚੱਲਿਆ, ਇਹ ਇਹਦੇ ਤੋਂ ਬਾਅਦ ਵਿੱਚ ਇਹ ਜਿਹੜਾ ਹਵਾ ਇਹ ਚੱਲੀ, ਪਹਿਲੋਂ ਕੁਛ ਕੇਵਲ ਜ਼ਿੰਦਗੀ ਬਚਾਉਣ ਵਾਸਤੇ ਕੁਝ ਲੋਕਾਂ ਨੇ ਕੇਸ ਕਤਲ ਕਰਾ ਤੇ ਕਿ ਪਛਾਣ ਨਾ ਆਵੇ, ਕਿਉਂਕਿ ਜਿਹੜਾ ਸਰਕਾਰ ਸੀ ਸਮੇਂ ਦੀ ਸਰਕਾਰ, ਉਹਨੇ ਨੌਜਵਾਨਾਂ ਨੂੰ ਚੁੱਕਿਆ ਤੇ ਮੁਕਾਬਲੇ ਬਣਾ ਕੇ ਕਤਲ ਕਰ ਦੇਣਾ। ਉਹ ਫਿਰ ਉਹ ਮੁਕਾਬਲਿਆਂ ਤੋਂ ਬਚਣ ਵਾਸਤੇ ਸਿੱਖਾਂ ਨੇ ਕੜੇ ਵੀ ਲਾਏ, ਜੂੜਾ ਵੀ ਲਾ ਦਿੱਤਾ, ਕੇਸ ਕਤਲ ਕਰਾਉਣੇ ਸ਼ੁਰੂ ਕਰ ਦਿੱਤੇ। ਪਰ ਹੌਲੀ ਹੌਲੀ ਇਹ ਜਿਹੜਾ ਸੀ ਜਾਨ ਬਚਾਉਣ ਤੋਂ ਲੈ ਕੇ ਤੇ ਇਹ ਰਿਵਾਜ ਤੱਕ ਜਿਹੜਾ ਸੀ ਉਹ ਕੰਮ ਜਿਹੜਾ ਉਹ ਸਿਮਟ ਕੇ ਰਹਿ ਗਿਆ, ਹੁਣ ਰਿਵਾਜ ਬਣ ਚੁੱਕਿਆ। ਹਾਂਜੀ, ਫੈਸ਼ਨ ਬਣ ਗਿਆ। ਗਿਆਨੀ ਜੀ, ਇੱਕ ਤੁਹਾਡੇ ਕੋਲ, ਕਿਉਂਕਿ
ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਨਿਭਾ ਰਹੇ ਹੋ, ਭਾਵੇਂ ਧਾਰਮਿਕ ਤੌਰ ਤੇ ਸੇਵਾ ਨਿਭਾ ਰਹੇ ਹੋ, ਕਥਾਵਾਚਕ ਹੋ, ਮੰਜੀ ਸਾਹਿਬ ਦੀਵਾਨ ਹਾਲ 'ਚ ਤੁਸੀਂ ਕਥਾ ਕਰਦੇ ਹੋ, ਹੋਰ ਅਨੇਕਾਂ ਗੁਰਦੁਆਰੇ ਸਾਹਿਬਾਨਾਂ 'ਚ ਤੁਸੀਂ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇੱਕ ਸ਼੍ਰੋਮਣੀ ਕਮੇਟੀ ਨੂੰ ਆਪਾਂ ਵਿਦੇਸ਼ ਵਿੱਚ ਬੈਠੇ, ਚਾਹੇ ਪੰਜਾਬ ਤੋਂ ਬਾਹਰ ਬੈਠੇ, ਹਰ ਕੋਈ ਉਲਾਮਾ ਦੇ ਦਿੰਦਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਪਾਸੇ ਨੂੰ ਉਪਰਾਲੇ ਕਰਨੇ ਚਾਹੀਦੇ ਸੀ, ਸ਼੍ਰੋਮਣੀ ਕਮੇਟੀ ਨੂੰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਸੀ ਕਿ ਉਹਨਾਂ ਨੂੰ ਕੇਸ ਨਹੀਂ ਕਤਲ ਕਰਾਉਣੇ ਚਾਹੀਦੇ। ਰਾਹ ਕੀ ਸ਼੍ਰੋਮਣੀ ਕਮੇਟੀ ਇਹ ਉਪਰਾਲੇ ਕਰਦੀ ਆ ਜਾਂ ਲੋਕੀ ਉਹੀ ਉਲਾਮਾ ਦਿੰਦੇ? ਅਸੀਂ ਜੀ ਪਿਛਲੇ ਸਾਲ ਨਾ ਪ੍ਰਧਾਨ ਸੀ ਬੀਬੀ ਜਗੀਰ ਕੌਰ, ਉਹਨਾਂ ਨੇ ਹਾਂਜੀ। ਆਪਣੇ ਕਾਰਜਕਾਲ ਦੇ ਵਿੱਚ ਇੱਕ ਲਹਿਰ ਸ਼ੁਰੂ ਕੀਤੀ ਸੀ, ਘਰ ਘਰ ਅੰਦਰ ਧਰਮਸਾਲ। ਉਹਦੇ ਵਿੱਚ ਲਹਿਰ 'ਚ ਕੀ ਕੀਤਾ ਜਾਂਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਢਾਡੀ ਕਵੀਸ਼ਰ ਉਹ ਇੱਕ ਨਗਰ ਦੇ ਵਿੱਚ, ਇੱਕ ਪਿੰਡ ਦੇ ਵਿੱਚ ਜਾਂਦੇ ਤੇ ਉਹ ਪਿੰਡ ਵਿੱਚ ਜਾ ਕੇ ਤੇ ਫਿਰ ਲਿਟਰੇਚਰ, ਜਿਹੜਾ ਧਾਰਮਿਕ ਸਾਹਿਤ ਸੀ ਜਿਹਦੇ ਵਿੱਚ ਰਹਿਤ ਮਰਿਆਦਾ ਜਾਂ ਹੋਰ ਧਾਰਮਿਕ ਜਿਹੜੀਆਂ ਸਿੱਖੀ ਦੇ ਨਾਲ ਇਤਿਹਾਸ ਦੀਆਂ ਕੁਝ ਕਿਤਾਬਾਂ, ਛੋਟੇ ਛੋਟੇ ਪੈਂਫਲੇਟ, ਇਹ ਵੀ ਨਹੀਂ ਕਿ ਵੱਡੀਆਂ ਕਿਤਾਬਾਂ ਦਿੱਤੀਆਂ ਗਈਆਂ, ਛੋਟੀਆਂ ਦਿੱਤੀਆਂ ਗਈਆਂ ਕਿ ਸਾਡਾ ਚਲੋ ਛੋਟੀ ਪੜ੍ਹਨ ਨੂੰ ਸਾਡਾ ਮਨ ਕਰੇ ਤੇ ਫਿਰ ਵੱਡੀ ਪੜ੍ਹਨ ਵਾਸਤੇ ਅਸੀਂ ਖਰੀਦ ਕੇ ਵੀ ਲੈ ਆਵਾਂਗੇ। ਸੋ ਅਸੀਂ ਹਾਂਜੀ, ਹਾਂਜੀ। ਘਰਾਂ ਦੇ ਵਿੱਚ ਵੀ ਗਏ, ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਉਹ ਸੈੱਟ ਕਿਤਾਬਾਂ ਦੇ ਦਿੱਤੇ, ਔਰ ਕੋਸ਼ਿਸ਼ ਇਹ ਕੀਤੀ ਸੀ ਕਿ ਉੱਥੇ ਹਰੇਕ ਪਿੰਡ ਦੇ ਵਿੱਚ ਇੱਕ ਹਫ਼ਤੇ ਦਾ ਗੁਰਮਤਿ ਕੈਂਪ ਰੱਖਿਆ ਗਿਆ, ਜਿਹਦੇ ਵਿੱਚ ਜਪਜੀ ਸਾਹਿਬ ਦੀ ਸੰਥਿਆ ਕਰਵਾਈ ਜਾਂਦੀ ਸੀ। ਹਾਲਾਂਕਿ ਜਪਜੀ ਸਾਹਿਬ ਦੀ ਸੰਥਿਆ ਚਲੋ ਇੱਕ ਦਿਨ ਦੇ ਵਿੱਚ ਵੀ ਹੋ ਸਕਦੀ ਹੈ, ਪਰ ਉਹਦੇ ਉੱਪਰ ਬਿਲਕੁਲ। ਇੱਕ ਹਫ਼ਤਾ ਲਾਇਆ ਜਾਂਦਾ ਸੀ, 7 ਦਿਨ ਦਾ ਉਹ ਹਾਂਜੀ। ਕੈਂਪ ਲਾਇਆ ਜਾਣਾ। ਔਰ 7 ਦਿਨ ਦੇ ਵਿੱਚ ਪ੍ਰੇਰਨਾ ਹੀ ਇਹ ਕੀਤੀ ਜਾਂਦੀ ਸੀ ਕਿ ਸਾਨੂੰ ਦੇਖੋ ਰਹਿਤ ਮਰਿਆਦਾ ਸਾਡੇ ਜੀਵਨ ਵਿੱਚ ਜ਼ਰੂਰੀ ਆ, ਜਪਜੀ ਸਾਹਿਬ ਦਾ ਉਚਾਰਨ ਕਿਵੇਂ ਕਰਨਾ, ਫਿਰ ਇਤਿਹਾਸ ਦੇ ਵਿੱਚ ਉਦਾਹਰਨਾਂ ਦੇ ਦੇ ਕੇ ਸਮਝਾਇਆ ਜਾਣਾ ਕਿ ਰੁਚੀ ਪੈਦਾ ਕਰਨੀ। ਹੁਣ ਦੇਖੋ 3 ਚੀਜ਼ਾਂ ਹੈ। ਸਭ ਤੋਂ ਪਹਿਲਾਂ ਬੱਚੇ ਨੂੰ ਜਿਹੜਾ ਮਾਹੌਲ ਆ ਉਹ ਘਰ ਤੋਂ ਮਿਲਣਾ, ਮਾਤਾ ਪਿਤਾ ਸਭ ਤੋਂ ਵੱਡੇ ਟੀਚਰ ਹੁੰਦੇ ਨੇ। ਉਸ ਤੋਂ ਬਾਅਦ ਵਿੱਚ ਮਾਹੌਲ ਜਿਹੜਾ ਉਹ ਸਕੂਲ ਤੋਂ ਮਿਲਦਾ ਹੈ। ਤੀਸਰਾ ਮਾਹੌਲ ਜਿਹੜਾ ਵਾ ਉਹ ਗੁਰੂ ਘਰਾਂ ਦੇ ਵਿੱਚੋਂ ਜਾ ਕੇ ਮਿਲਣਾ। ਮਾਤਾ ਪਿਤਾ ਹਾਂਜੀ। ਜੇਕਰ ਆਪ ਵੇਸਲੇ ਨੇ, ਮਾਤਾ ਪਿਤਾ ਆਪ ਇਸ ਪਾਸੇ ਨਹੀਂ ਤੁਰਨਾ ਚਾਹੁੰਦੇ ਜਾਂ ਆਪ ਉਹਨਾਂ ਦਾ ਧਿਆਨ ਹੋਰ ਜਿਹੜੀ ਦੁਨਿਆਵੀ ਕੰਮਾਂ ਕਾਰਾਂ ਜਾਂ ਵਹਿਮਾਂ ਭਰਮਾਂ ਦੇ ਵਿੱਚ, ਕਬਰਾਂ ਨੂੰ ਪੂਜਣ ਦੇ ਵਿੱਚ, ਮੜੀਆਂ ਮਸਾਣੀਆਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਕਰਮ ਕਾਂਡਾਂ ਦੇ ਵਿੱਚ ਜੁੜੇ ਆ, ਦੇਹਧਾਰੀ ਕਿਸੇ ਬਾਬੇ ਦੇ ਨਾਲ ਜੁੜੇ ਆ, ਸੋ ਉਹ ਬੱਚੇ ਨੂੰ ਕਦੇ ਵੀ ਗੁਰਮਤ ਦੇ ਨਾਲ ਨਹੀਂ ਜੋੜਨਗੇ ਔਰ ਨਾ ਹੀ ਉਹਨਾਂ ਦੇ ਵਿੱਚ ਕਦੀ ਕੋਸ਼ਿਸ਼ ਹੋਏਗੀ। ਉਹ ਇਹ ਜ਼ਰੂਰ ਕਹਿਣਗੇ ਕਿ ਪੁੱਤ ਦੇਖ, ਮੈਂ ਵੀਰਵਾਰ ਤੇਲ ਪਾਉਣ ਜਾਣਾ ਹੈ ਤੇ ਤੈਨੂੰ ਹੀ ਜਾਣਾ ਚਾਹੀਦਾ, ਨਹੀਂ ਤੇ ਅਸੀਂ ਦੁਖੀ ਹੋ ਜਾਾਂਗੇ। ਬਿਲਕੁਲ। ਉਹ ਮਨਮਤ ਉਹਦੇ ਅੰਦਰ ਪੈਦਾ ਕਰ ਦਿੰਦੇ ਆ, ਹਾਲਾਂਕਿ ਲੋੜ ਨਹੀਂ ਹੁੰਦੀ। ਤੁਸੀਂ ਪਾ ਲਿਆ ਤੇ ਤੁਸੀਂ ਆਪਣਾ ਜੀਵਨ ਤੇ ਖਰਾਬ ਕੀਤਾ, ਉਹਨੂੰ ਬੱਚੇ ਨੂੰ ਵੀ ਉਸ ਰਸਤੇ ਦੇ ਉੱਤੇ ਤੋਰਦੇ ਪਏ ਆ। ਹਾਂਜੀ। ਦੂਸਰਾ ਮਾਹੌਲ ਜਿਹੜਾ ਹੁੰਦਾ ਉਹ ਸਕੂਲ ਦੇ ਵਿੱਚ ਹੁੰਦਾ ਹੈ। ਸਕੂਲਾਂ ਦੇ ਹਾਂਜੀ। ਵਿੱਚ ਰਾਮੇਵਾਲ ਸਾਹਿਬ ਜਾ ਕੇ ਆਪਾਂ ਦੇਖਦੇ ਰਹੇ ਹਾਂ ਕਿ ਜੇਕਰ ਪੰਜਾਬੀ ਦਾ ਪੀਰੀਅਡ ਹੋਣਾ ਜਾਂ ਧਾਰਮਿਕ ਡਿਵਿਨਿਟੀ ਦਾ ਪੀਰੀਅਡ ਹੋਣਾ, ਉਹ ਬਾਕੀ ਸਮੇਂ ਦੇ ਵਿੱਚ ਤੇ ਚਲੋ ਠੀਕ ਠਾਕ ਚੱਲੀ ਜਾਣਾ, ਪਰ ਜਦੋਂ ਪੇਪਰਾਂ ਦੇ ਦਿਨ ਆਉਂਦੇ ਤੇ ਉਦੋਂ ਉਹ ਬੰਦ ਇਸ ਕਰਕੇ ਕਰਾ ਦਿੰਦਾ ਕਿ ਇੱਥੇ ਵਾਧੂ ਵਿਸ਼ੇ ਦੀ ਲੋੜ ਬਹੁਤੀ ਨਹੀਂ ਹੈਗੀ। ਬਾਕੀ ਅੰਗਰੇਜ਼ੀ ਜ਼ਰੂਰੀ ਆ, ਮੈਥ ਜ਼ਰੂਰੀ ਆ, ਸਾਇੰਸ ਜ਼ਰੂਰੀ ਆ, ਪਰ ਇਹ ਧਾਰਮਿਕ ਜਾਂ ਪੰਜਾਬੀ ਬਹੁਤੀ ਜ਼ਰੂਰੀ ਨਹੀਂ। ਇਹਨੂੰ ਨਾ ਵੀ ਕੁਝ ਸਮਾਂ ਪੜ੍ਹਾਇਆ ਜਾਵੇ ਤੇ ਚੱਲ ਸਕਦਾ ਹੈ, ਕਿਉਂਕਿ ਉਸ ਨੂੰ ਵਾਧੂ ਜਿਹਨੂੰ ਚੀਜ਼ ਨੂੰ ਕਹਿ ਦਿੰਦੇ ਆ ਤੇ ਉਹਦੀ ਲੋੜ ਅਸੀਂ ਬਹੁਤੀ ਨਹੀਂ ਸਮਝਦੇ। ਤੀਸਰਾ ਮਾਹੌਲ ਗੁਰੂ ਘਰਾਂ ਦੇ ਵਿੱਚ, ਗੁਰਦੁਆਰਿਆਂ 'ਚ ਅਸੀਂ ਦੇਖਦੇ ਹਾਂ ਕਿ ਸੰਗਤ ਲੰਗਰਾਂ ਦੇ ਵਿੱਚ ਵੀ ਬਹੁਤ ਹੋ ਜਾਂਦੀ ਆ, ਜੋੜੇ ਘਰ ਵਿੱਚ ਵੀ ਹੁੰਦੀ ਹੈ, ਜੇਕਰ ਕੋਈ ਮੇਲਾ ਲੱਗਿਆ ਹੋਵੇ, ਬਾਹਰ ਦੁਕਾਨਾਂ ਲੱਗੀਆਂ ਹੋਣ, ਉੱਥੇ ਵੀ ਬਹੁਤ ਹੁੰਦੀ ਹੈ। ਪਰ ਜਦੋਂ ਅਸੀਂ ਕਥਾ ਕਰਨੀ ਹੋਵੇ, ਕੀਰਤਨ ਕਰਨਾ ਹੋਵੇ ਜਾਂ ਕੋਈ ਗੁਰਮਤਿ ਦੀ ਕੋਈ ਉਪਦੇਸ਼ ਦੀ ਕੋਈ ਗੱਲ ਕਰਦੇ ਆ ਤੇ ਉੱਥੇ ਸੰਗਤ ਬੈਠਣ ਨੂੰ ਤਿਆਰ ਨਹੀਂ ਹੁੰਦੀ। ਸੰਗਤ ਉੱਥੇ ਬਿਲਕੁਲ। ਬੈਠੇਗੀ, ਬੱਚੇ ਉੱਥੇ ਬੈਠਣਗੇ ਤਾਂ ਕੁਝ ਸਿੱਖਿਆ ਮਿਲ ਸਕਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਜੀ ਅਸੀਂ ਉਪਰਾਲੇ ਕੀਤੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਰ-ਬਾਰ ਉਪਰਾਲੇ ਕੀਤੇ, ਲਿਟਰੇਚਰ ਵੰਡਿਆ, ਹਫ਼ਤੇ ਦੇ ਕੈਂਪ ਵੀ ਲਗਾਏ। ਹੁਣ ਇਸ ਤੋਂ ਬਾਅਦ ਵਿੱਚ ਫਰਜ਼ ਜਿਹੜਾ ਸੀ ਉਹ ਲੋਕਲ ਕਮੇਟੀਆਂ ਦਾ ਬਣਦਾ ਸੀ ਕਿ ਗੁਰੂ ਘਰ ਦੀਆਂ ਜਿਹੜੀਆਂ ਗੁਰਦੁਆਰਿਆਂ ਦੀਆਂ ਪਿੰਡਾਂ ਦੀਆਂ ਕਮੇਟੀਆਂ ਨੇ ਉਹ ਯਤਨ ਕਰਦੀਆਂ, ਗ੍ਰੰਥੀ ਸਿੰਘ ਸੁਚੇਤ ਹੁੰਦੇ, ਗ੍ਰੰਥੀਆਂ ਦੇ ਅੰਦਰ ਇਹ ਭਾਵਨਾ ਹੁੰਦੀ ਕਿ ਅਸੀਂ ਵੀ ਕੋਸ਼ਿਸ਼ ਕਰੀਏ, ਜੇਕਰ ਭਾਈ ਸਾਹਿਬ ਹੋਣੀ 7 ਦਿਨ ਆ ਕੇ ਗਏ ਨੇ ਤੇ ਸਾਡਾ ਫਰਜ਼ ਬਣਦਾ, ਹੁਣ ਇਹ ਬੂਟੇ ਲੱਗ ਗਏ ਨੇ ਤੇ ਇਹਨਾਂ ਨੂੰ ਰੋਜ਼ ਹਾਂਜੀ। ਪਾਣੀ ਪਾਈ ਜਾਈਏ, ਇਹਨਾਂ ਦੀ ਰੋਜ਼ ਦੇਖਭਾਲ ਕਰੀਏ, ਫਿਰ ਇਹ ਬੂਟੇ ਫਲੀਭੂਤ ਹੋਣਗੇ, ਇਹਨਾਂ ਨੂੰ ਫਲ ਵੀ ਲੱਗਣਗੇ, ਇਹਨਾਂ ਨੂੰ ਫੁੱਲ ਵੀ ਲੱਗਣਗੇ। ਇਹ ਸਿੱਖੀ ਦੀ ਖੁਸ਼ਬੂ ਜਿਹੜੀ ਆ ਉਹ ਦੇਸ਼ ਵਿੱਚ ਵੀ ਵੰਡਣਗੇ, ਵਿਦੇਸ਼ ਵਿੱਚ ਵੀ ਜਾ ਕੇ ਵੰਡਣਗੇ। ਸੋ ਇਹ ਫਰਜ਼ ਜਿਹੜੇ ਨੇ ਉਹ ਪ੍ਰਬੰਧਕ ਕਮੇਟੀਆਂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਾਹਿਬਾਨ, ਸ਼੍ਰੋਮਣੀ ਹਾਂਜੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲਿਆਂ ਤੋਂ ਅੱਗੇ ਇਹਨਾਂ ਦੋਨਾਂ ਦਾ ਹੀ ਫਰਜ਼ ਬਣਦਾ ਹੈ। ਅਸੀਂ ਕੇਵਲ ਕਈ ਵਾਰੀ ਆਖਦੇ ਨੇ ਕਿ ਸ਼੍ਰੋਮਣੀ ਕਮੇਟੀ ਯਤਨ ਨਹੀਂ ਕਰਦੀ, ਉਹ ਯਤਨ ਸਾਂਝੇ ਤੌਰ ਤੇ ਹੋਣੇ ਚਾਹੀਦੇ ਨੇ, ਕਿਉਂਕਿ ਇਤਿਹਾਸ ਪੜ੍ਹ ਕੇ ਦੇਖੋ ਜੀ, ਇਤਿਹਾਸ ਦੇ ਵਿੱਚ ਇੱਕ ਮਿੰਟ ਜੀ, ਇਤਿਹਾਸ ਦੇ ਵਿੱਚ ਕੀ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਇਕੱਲੇ ਪ੍ਰਚਾਰਕ ਨਹੀਂ ਸਨ,
ਗੁਰੂ ਨਾਨਕ ਹਾਂਜੀ ਦੇਵ ਜਿੱਥੇ ਜਿੱਥੇ ਗਏ ਉਹਨਾਂ ਕੱਲਿਆਂ ਨੇ ਪ੍ਰਚਾਰ ਨਹੀਂ ਕੀਤਾ, ਜਿੱਥੇ ਜਿੱਥੇ ਸਿੱਖ ਗਏ ਨੇ ਉਹਨਾਂ ਨੇ ਵੀ ਪ੍ਰਚਾਰ ਕੀਤਾ। ਭਾਵੇਂ ਭਾਈ ਮਨਸੁਖ ਜਿਵੇਂ ਉਹ ਸ਼੍ਰੀਲੰਕਾ ਜਾਂਦੇ ਆ, ਉਹ ਵੀ ਉੱਥੇ ਪ੍ਰਚਾਰ ਕਰਦੇ ਆ। ਸੋ ਇਹ ਫਰਜ਼ ਜਿਹੜਾ ਸੀ ਇਹ ਰਲ ਮਿਲ ਕੇ ਪੂਰਾ ਹੋਣਾ। ਇਹ ਜ਼ਰੂਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਡੀ ਸੰਸਥਾ ਹੈ ਤੇ ਆਸਾਂ ਵੀ ਅਸੀਂ ਉਹਦੇ ਤੋਂ ਵੱਡੀਆਂ ਕਰਦੇ ਹਾਂ ਜੀ। ਹਾਂਜੀ ਚਲ ਇਹ ਤੋਂ ਪਹਿਲਾਂ ਮੈਂ ਦੂਸਰੇ ਵਿਸ਼ੇ ਜਾਵਾਂ। ਢਿੱਲੋਂ ਸਾਹਿਬ ਕੁਝ ਕਹਿਣਾ ਚਾਹੁੰਦੇ? ਢਿੱਲੋਂ ਸਾਹਿਬ ਹਾਂਜੀ, ਛੇਤੀ ਜੀ ਛੇਤੀ ਕਹਿ ਦਿਓ, ਜੀ ਦੂਜੇ ਟਾਈਮ ਨਾ ਖਰਾਬ ਰਾਮੇਵਾਲ ਕਰੀਏ। ਜੀ, ਗੱਲ ਇਹ ਆ ਕਿ ਮੈਂ ਤੁਹਾਨੂੰ ਸਿਰਫ ਇਹੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਟੂ ਦੀ ਪੁਆਇੰਟ ਤੇ ਗੱਲ ਰੱਖਿਆ ਕਰੋ। ਗੱਲ ਤੇ ਆਪਾਂ ਅਫਗਾਨੀ ਸਿੱਖਾਂ ਦੀ ਕਰਦੇ ਆ ਤਾਂ ਤੁਸੀਂ ਜਨਰਲ ਸਿੱਖੀ ਵੱਲ ਨੂੰ ਤੁਰ ਪਏ ਆ। ਤੇ ਗੱਲ ਤੇ ਤੁਹਾਨੂੰ ਨਹੀਂ ਸਵਾਲ ਤੇ ਇਹ ਪੁੱਛਣਾ ਚਾਹੀਦਾ ਵੀ ਗਵਰਨਮੈਂਟ ਤੋਂ ਕੀ ਆਸਾਂ ਨੇ ਅਫਗਾਨੀ ਸਿੱਖਾਂ ਲਈ, ਔਰ ਸ਼੍ਰੋਮਣੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰ ਰਹੀ ਆ, ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰ ਰਹੀ ਆ। ਇਹ ਜਨਰਲ ਵਿਸ਼ਾ ਦਾ ਸਿੱਖੀ ਦਾ ਪਤਿਤ ਪੁਣ ਦਾ ਸਾਰਿਆਂ ਨੂੰ ਆਪਾਂ ਨੂੰ ਪਤਾ। ਜਾਂ ਉਸ ਵਿਸ਼ੇ ਤੇ ਗੱਲ ਕਰੋ, ਜਾਂ ਜਿਹੜੀ ਤੋਂ ਆਪਾਂ ਅਫਗਾਨੀ ਸਿੱਖਾਂ ਦੀ ਗੱਲ ਕਰਦੇ ਸੀ ਉਹ ਕਰੋ। ਮਤਲਬ ਚਲੋ ਕੋਈ ਛੋਟੇ ਜਿਹੇ ਓਕੇ ਪੁਆਇੰਟ ਨੂੰ ਆਪਾਂ 20 ਮਿੰਟ ਲਾ ਓਕੇ ਦਿੰਦੇ ਆ ਤੇ ਉਹ ਓਕੇ ਢਿੱਲੋਂ ਜਿਹੜੀ ਸਾਹਿਬ, ਗੱਲ ਕਰਦੇ ਸੀ ਉਹ ਪੁੱਛੋ ਨਾ ਇਹਨਾਂ ਨੂੰ ਕਿ ਢਿੱਲੋਂ ਸ਼੍ਰੋਮਣੀ ਸਾਹਿਬ ਗੁਰਦੁਆਰਾ ਕਮੇਟੀ ਨੇ ਢਿੱਲੋਂ ਇਹ ਤਾਂ ਸਾਹਿਬ ਜ਼ਰੂਰ ਕਹਿਤਾ, ਸਰਕਾਰ ਨੂੰ ਤਾਂ ਜ਼ਰੂਰ ਕਹਿਤਾ ਕਿ ਬਈ ਇਹਨਾਂ ਨੂੰ ਵੀਜ਼ੇ ਦਿਓ ਤੇ ਇਹਨਾਂ ਦੀ ਰੀਵੈਲਿਊਏਸ਼ਨ ਕਰੋ। ਸ਼੍ਰੋਮਣੀ ਕਮੇਟੀ ਨੂੰ ਆਪ ਵੀ ਕੁਝ ਕਰਨਾ ਚਾਹੀਦਾ। ਔਰ ਇਹਨਾਂ ਦਾ ਬਜਟ ਹੈਗਾ, ਇਹ ਦੱਸਣ ਵੀ ਆਪ ਉਹਨਾਂ ਬਾਰੇ ਕੀ ਕਰ ਰਹੇ ਆ। ਥੈਂਕ ਯੂ। ਢਿੱਲੋਂ ਸਾਹਿਬ ਇਹੀ ਤਾਂ ਹਾਂਜੀ, ਪੁੱਛਿਆ ਸੀ ਨਾ, ਇਹੀ ਤੋਂ ਨਹੀਂ ਦੱਸਿਆ। ਹੁਣ ਤੁਸੀਂ ਵੀ ਉਹੀ ਪੁੱਛਣ ਦੀ ਟਰਾਈ ਕੀਤੀ। ਚਲੋ ਆਪਾਂ ਇਸ ਵਿਸ਼ੇ ਦੀ ਨਹੀਂ ਤਾਂ ਇਸ ਦੇ ਨਹੀਂ ਤੁਸੀਂ ਜਾਣਾ, ਤਾਂ ਇੱਥੇ ਬਹੁਤ ਫੇਰ ਲੰਮਾ ਕਿਸੇ ਲੈ ਦਿਨ। ਜਾਂਦੇ ਨਾ ਕੰਮ। ਚਲੋ ਪਿੰਡਾਂ ਦੇ ਪਤੇ ਪਾਉਣਾ ਤੇ ਵਿਦੇਸ਼ਾਂ ਦੀਆਂ ਉਹ ਜੁਦੇ ਟੌਪਿਕ ਆ, ਜਦੋਂ ਉਹਨਾਂ ਟੌਪਿਕਾਂ ਦੇ ਤੁਸੀਂ ਗੱਲ ਕਰਨੀ ਤਾਂ ਜੁਦੀ ਕਰੋ ਨਾ। ਤੇ ਬਿਲਕੁਲ ਚਲੋ ਬਿਲਕੁਲ। ਅਗਲੇ ਚਲੋ ਹੁਣ ਸਵਾਲ ਤੇ ਕਰੋ। ਐਨੀਵੇ ਥੈਂਕ ਯੂ। ਤੁਸੀਂ ਇਹ ਪੁੱਛ ਰਹੇ ਸਵਾਲ ਦੱਸ ਰਹੇ ਆ। ਹੁਣ ਮੈਂ ਜਿਹੜਾ ਦੂਸਰਾ ਟੌਪਿਕ ਮੈਂ ਉਹਦੇ ਵੱਲ ਜਾਣਾ ਚਾਹਾਂਗਾ, ਕਿਉਂਕਿ ਆਪਣੇ ਕੋਲ ਅੱਧਾ ਘੰਟਾ ਰਹਿੰਦਾ। ਮੈਂ ਚਾਹੁੰਦਾ ਅੱਧੇ ਘੰਟੇ 'ਚ ਤੁਸੀਂ ਆਪੋ ਆਪਣੇ ਵਿਚਾਰ ਵੀ ਹਾਂਜੀ ਦਿਓ, ਉਸ ਸਾਰਾ ਕੁਝ ਤੱਕ ਕਰੋ। ਹਾਂਜੀ। ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ 2014 ਵਿੱਚ ਮੋਦੀ ਸਰਕਾਰ ਆਈ ਸੀ, ਬੀਜੇਪੀ ਨੇ ਆਪਣੀ ਸਰਕਾਰ ਬਣਾਈ ਸੀ। ਬੀਜੇਪੀ, ਜੇ ਮੈਂ ਅੱਜ ਦੇ ਸਮੇਂ ਦੀ ਗੱਲ ਕਰਾਂ ਤੇ ਭਾਰਤ ਵਿੱਚ ਬਾਹਲੀ ਪੁਰਾਣੀ ਪਾਰਟੀ ਨਹੀਂ। ਕੋਈ ਸਮਾਂ ਸੀ ਜਦੋਂ ਉਹਨਾਂ ਦੇ ਸਿਰਫ 2 ਹੀ ਵਿਧਾਇਕ ਬਣੇ ਸੀ ਪੂਰੇ ਭਾਰਤ ਵਿੱਚੋਂ, 2 MP ਬਣੇ ਸੀ, ਮੈਂਬਰ ਪਾਰਲੀਮੈਂਟ। ਲੇਕਿਨ ਪਿਛਲੀ 2014 ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਇਹੋ ਜਿਹੇ ਜ਼ੁਲਮੇ ਦਿਖਾਏ, ਇਹੋ ਜਿਹੇ ਭੰਬਲ ਭੂਸੇ ਵਿੱਚ ਪਾ ਦਿੱਤਾ ਕਿ ਤੁਹਾਨੂੰ 15-15 ਲੱਖ ਅਕਾਊਂਟਾਂ 'ਚ ਆ ਜਾਏਗਾ, ਵਿਦੇਸ਼ਾਂ 'ਚ ਪਿਆ ਕਾਲਾ ਧਨ ਆ ਜਾਏਗਾ। ਅਗਰ ਵਿਦੇਸ਼ਾਂ 'ਚੋਂ ਕਾਲਾ ਧਨ ਲਿਆ ਕੇ ਭਾਰਤ ਦੀ ਧਰਤੀ ਤੇ ਲਿਆਉਣਾ ਤੇ ਭਾਰਤ ਇੱਕ ਸੋਨੇ ਦੀ ਚਿੜੀ ਬਣ ਜੂ, ਭਾਰਤ ਦੁਨੀਆ ਸਭ ਤੋਂ ਅਮੀਰ ਬਣ ਜੂ। ਲੇਕਿਨ ਲੋਕੀ ਫਿਰ ਉਹਨਾਂ ਦੀ ਗੱਲਾਂ 'ਚ ਆ ਗਏ ਤੇ ਮੁੜ ਕੇ 19 ਦੇ ਵਿੱਚ ਫਿਰ ਉਹਨਾਂ ਨੂੰ ਵੋਟਾਂ ਪਾਤੀਆਂ। 19 ਵਿੱਚ ਵੋਟਾਂ ਪਾਉਣ ਤੋਂ ਬਾਅਦ ਉਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਜੋ ਖੇਤੀ ਬਾਰੇ ਸੀਗੇ। ਕਿੰਨਾ ਚਿਰ ਮੋਰਚਾ ਚੱਲਦਾ ਰਿਹਾ। ਕਿਸਾਨਾਂ ਨੇ ਪੂਰੇ ਪੰਜਾਬ ਵਿੱਚੋਂ ਨਹੀਂ, ਪੂਰੀ ਭਾਰਤ ਵਿੱਚੋਂ ਕਿਸਾਨਾਂ ਨੇ ਉਹ ਮੋਰਚੇ 'ਚ ਸਹਿਯੋਗ ਦਿੱਤਾ। ਅਸੀਂ ਉਸ ਤੋਂ ਬਾਅਦ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪਏ। ਅੱਜ ਉਹਨਾਂ ਨੇ ਨੌਜਵਾਨਾਂ ਨੂੰ ਇਹ ਬੰਗਾਰ ਦਿੱਤਾ ਕਿ ਤੁਸੀਂ 10ਵੀਂ ਕਰਨ ਤੋਂ ਬਾਅਦ 18 ਸਾਲ ਤੋਂ ਲੈ ਕੇ ਤੇ ਉਹ 21 ਸਾਲ ਦੇ ਵਿੱਚ ਤੁਹਾਨੂੰ ਭਾਰਤ ਦੀ ਫੌਜ ਵਿੱਚ ਭਰਤੀ ਹੋਣਾ ਪਵੇਗਾ ਤੇ 4 ਸਾਲਾਂ ਬਾਅਦ ਤੁਸੀਂ ਉਸ ਤੋਂ ਨੌਕਰੀ ਤੋਂ ਕੱਢ ਦਿੱਤੇ ਜਾਓਗੇ ਤੇ ਤੁਹਾਡੇ ਪੱਲੇ ਪਵੇਗਾ 11,75,000 ਰੁਪਇਆ। ਢਿੱਲੋਂ ਸਾਹਿਬ, ਪਹਿਲਾਂ ਤੁਹਾਡੇ ਵੱਲ ਹੀ ਆਉਣਾ ਚਾਹੁੰਦਾ ਕਿ ਤੁਸੀਂ ਇਹ ਤੇ ਕੀ ਕਹਿਣਾ ਹਾਂਜੀ, ਚਾਹੁੰਦੇ? ਇਹ ਤੇ ਕੀ ਕਹਿਣਾ ਚਾਹੁੰਦੇ? ਗੱਲ ਇਹ ਆ ਜੀ ਭਈ ਰਾਮੇਵਾਲ ਜੀ ਕਿ ਗੌਰਮੈਂਟਾਂ ਜਿਹੜੀਆਂ ਹੈ ਨਾ ਉਹ ਆਪਣੀਆਂ ਵੋਟਾਂ ਪੱਕੀਆਂ ਕਰਦੀਆਂ ਤੇ ਜਿਹੜਾ ਫੈਸਲਾ ਲੈਣਾ ਹੁੰਦਾ ਨਾ ਕਈ ਵਾਰੀ ਟਫ ਫੈਸਲੇ ਲੈਣੇ ਪੈਂਦੇ ਆ। ਹਾਂਜੀ ਸਿੰਗਾਪੁਰ ਦੀ ਜਿਹੜਾ ਪ੍ਰਾਈਮ ਮਿਨਿਸਟਰ ਸੀ ਨਾ ਉਹਦੀ ਇੰਟਰਵਿਊ, ਜਿਹੜੇ ਜਿਸ ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਨੇ ਸਿੰਗਾਪੁਰ ਦੀ ਤਰੱਕੀ ਕੀਤੀ, ਉਹਦੀ ਇੰਟਰਵਿਊ ਕਿਸੇ ਨੇ ਕੀਤੀ ਉਹਦੀ, ਤੇ ਉਹਨੇ ਹਾਂਜੀ ਇਹ ਕਿਹਾ ਸੀ I want to give the people not what they want but what they need। ਲੋਕਾਂ ਚਾਹੁੰਦੇ ਕੁਛ ਹੁੰਦੇ, ਲੋਕਾਂ ਦੀ ਨੀਡ ਕੁਛ ਹੋਰ ਹੁੰਦੀ ਹੈ। ਪ੍ਰੋਬਲਮ ਮੇਰੇ ਖਿਆਲ ਮੁਤਾਬਕ ਇੰਡੀਆ ਦੀ ਪ੍ਰੋਬਲਮ ਜਿਹੜੀ ਹੈਗੀ ਨਾ EMPLOYEES ਦੀ, ਚਾਹੇ ਪੰਜਾਬ ਗੌਰਮੈਂਟ ਦੇ ਹੋਣ, ਚਾਹੇ ਹੋਰ ਸਟੇਟ ਦੇ ਹੋਣ ਜਾਂ ਸੈਂਟਰਲ ਗੌਰਮੈਂਟ ਦੇ, ਇਹਨਾਂ ਨੇ ਐਜ਼ ਕੰਪੇਅਰ ਟੂ ਦੀ ਅਦਰ ਜਨਰਲ ਪਬਲਿਕ ਇਹਨਾਂ ਨੇ ਜਿਹੜੀਆਂ ਤਨਖਾਹਾਂ ਆ ਬਹੁਤ ਜ਼ਿਆਦਾ ਵਧਾਤੀਆਂ ਆ। ਜਿਹੜੇ JCO ਆ, ਮੈਨੂੰ ਸਾਡੇ ਕੋਲ ਰਿਸ਼ਤੇਦਾਰ ਵੀ ਹੈਗੇ ਆ, ਈਵਨ ਮੇਰੇ ਪੇਰੈਂਟਸ ਵੀ ਗਵਰਨਮੈਂਟ ਸਰਵਿਸ ਦੇ ਵਿੱਚ ਹੈਗੇ, ਇਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਜਾਂ ਤਨਖਾਹਾਂ ਆ ਨਾ ਬਹੁਤ ਜ਼ਿਆਦਾ ਵਧਾਤੀਆਂ ਤੇ ਹੁਣ ਇਹਨਾਂ ਤੋਂ ਅਫੋਰਡ ਨਹੀਂ ਹੁੰਦੀਆਂ। ਉਹਨਾਂ ਨੂੰ ਮਤਲਬ ਉਹ ਜਿਹੜੀ ਗੱਲ ਕਰਨੇ ਵਾਲੀ ਆ ਕਿ ਟਫ ਫੈਸਲਾ ਲੈ ਕੇ ਇਹਨਾਂ ਦੀਆਂ ਤਨਖਾਹਾਂ ਘਟਾਈਆਂ ਜਾਣ, ਇਹਨਾਂ ਦੀਆਂ ਪੈਨਸ਼ਨਾਂ ਘਟਾਈਆਂ ਜਾਣ, ਉਹਦੀ ਬਜਾਏ ਕੀ ਕਰਦੇ ਕੀ ਕਰਨ ਲੱਗੇ ਕਿ ਜਿਹੜੇ ਨਵੇਂ ਬੰਦੇ ਉਹਨਾਂ ਨੂੰ 4 ਸਾਲ ਲਈ ਰੱਖੋ ਤੇ 4 ਸਾਲ ਦੇ ਬਾਅਦ ਉਹਨਾਂ ਨੂੰ 25% ਪੱਕੇ ਕਰਨਗੇ, ਬਾਕੀ ਪਤਾ ਨਹੀਂ ਕਿੱਥੇ ਜਾਣਗੇ। ਮੇਰਾ ਖਿਆਲ ਹੈ ਕਿ ਫੌਜ ਵਾਸਤੇ ਬੜਾ ਘਾਟੇਯੋਗ ਸੌਦਾ ਹੋਊਗਾ, ਕਿਉਂਕਿ 4 ਸਾਲਾਂ 'ਚ ਤੇ ਬੰਦਾ ਟ੍ਰੇਨ ਨਹੀਂ ਹੁੰਦਾ। ਜਦੋਂ ਟ੍ਰੇਨ ਕਰਦਾ ਤਾਂ ਉਹਨੂੰ ਘਰ ਨੂੰ ਭੇਜ ਦਿਓ ਜਾਂ ਪੁਲਿਸ ਦੇ ਵਿੱਚ ਕਰ ਦਿਓ।
ਇਹ ਬਹੁਤ ਵੱਡੀ ਮੇਰਾ ਖਿਆਲ ਜਿਹੜੀ ਹੈਗੀ ਆ ਉਹ ਡੈਫੀਸ਼ੀਐਂਸੀ ਲੱਗਦੀ ਆ। ਇਹਨੇ ਡਿਫੈਂਸ ਫੋਰਸ ਜਿਹੜੀ ਉਹਨਾਂ ਨੂੰ ਵੀਕ ਵੀ ਕਰ ਦੇਣਾ। ਔਰ ਦੂਸਰੀ ਜਿਹੜੀ ਮੋਦੀ ਗਵਰਨਮੈਂਟ ਦੀ ਪ੍ਰੋਬਲਮ ਹੈਗੀ ਆ ਕਿ ਇੱਕ ਜੋ ਕੁਝ ਕਰਨਾ ਚਾਹੁੰਦੇ ਨਾ, ਇਹ 2 ਦਿਨ ਪਹਿਲਾਂ ਆਪਣੇ ਕੋਲ ਅਸੀਂ ਆਹ ਕਰਨ ਲੱਗੇ ਆ। ਇਸ ਗੱਲ ਦੀ ਕੋਈ ਸਟੇਟਾਂ ਨਾਲ ਜਾਂ ਕੋਈ ਮਿਲਟਰੀ ਕਮਾਂਡਰ ਨਾਲ ਜਾਂ ਪਾਰਲੀਮੈਂਟ ਦੇ ਵਿੱਚ ਕੋਈ ਡਿਸਕਸ਼ਨ ਨਹੀਂ ਕਰਦੇ। ਇਹਨੀਆਂ 2 ਦਿਨ ਪਹਿਲਾਂ ਕੀਤਾ ਕਿ ਅਸੀਂ ਅਗਨੀਵੀਰ ਬਣਾ ਰਹੇ ਹਾਂ। ਅਗਨੀਵੀਰ ਦਾ ਮਤਲਬ ਪਤਾ ਨਹੀਂ, ਅੱਗ ਵਾਲੇ ਵੀਰ ਉਹ ਪਤਾ ਨਹੀਂ ਕੀ ਹੈ, ਮਤਲਬ ਉਹ ਹਿੰਦੂਤਵ ਵਾਲਾ ਏਜੰਡਾ ਹੈ ਵੀ ਨਾ ਵੀ ਉਦਾਂ ਦੇ ਦੇਖੋ ਕਿ ਜਿਹੜੇ ਹਿੰਦੂਆਂ ਨੂੰ ਚੰਗੇ ਲੱਗਣ। ਅਗਨੀ ਪਾਠ ਤੇ ਅਗਨੀਵੀਰ ਮੇਰੇ ਮੁਤਾਬਕ ਪ੍ਰੋਪਰ ਡਿਸਕਸ਼ਨ ਨਹੀਂ ਹੋਈ ਇਹਦੀ। ਪਹਿਲੀ ਤਾਂ ਨੰਬਰ ਡਿਸਕਸ਼ਨ ਹੋਣੀ ਚਾਹੀਦੀ ਆ। ਦੂਸਰਾ ਜਿਹੜਾ ਟਫ ਫੈਸਲਾ ਹੈਗਾ ਉਹਨਾਂ ਕੋਲ ਸੈਂਟਰ ਗਵਰਨਮੈਂਟ ਦੇ ਕੁਝ ਪੈਸੇ ਹੈਗੇ ਆ ਤੇ ਉਹ ਅਸੈਂਬਲੀ EMPLOYEE ਨੂੰ ਪੈਸੇ ਦੇ ਦਿੰਦੇ ਤੇ ਸਟੇਟਾਂ ਵੀ ਇਸ ਤਰ੍ਹਾਂ ਚਾਹੁੰਦੀਆਂ। ਹੁਣ ਸਟੇਟਾਂ ਜਿਹੜੀਆਂ ਉਹ ਵੀ ਇਸੇ ਤਰ੍ਹਾਂ ਫਸੀਆਂ ਆ। ਉਹ ਕੰਟਰੈਕਟ ਦੇ ਟੀਚਰ ਰੱਖਦੀਆਂ, ਕੰਟਰੈਕਟ ਦੇ ਪੁਲਿਸ ਵਾਲੇ ਰੱਖਦੀਆਂ ਆ। ਜਿਹੜੀ ਪ੍ਰੋਬਲਮ ਆ ਜਿਹੜੀ ਹੈਗੀ ਆ ਉਹਨੂੰ ਕੋਈ ਨਜਿੱਠਦਾ ਨਹੀਂ। ਪ੍ਰੋਬਲਮ ਮੇਰੇ ਖਿਆਲ ਮੁਤਾਬਕ ਇਹ ਹੈ ਕਿ ਤਨਖਾਹਾਂ ਬਹੁਤ ਜ਼ਿਆਦਾ ਕਰ ਦਿੱਤੀਆਂ ਆ ਤੇ ਉਹ ਅਫੋਰਡ ਨਹੀਂ ਹੁੰਦੀਆਂ। ਚਲੋ ਕਹਿ ਤਾਂ ਆਪਾਂ ਜਦੋਂ ਆਪਾਂ ਦੂਸਰੇ ਮੁਲਕਾਂ ਦੇ ਨਾਲ ਕੰਪੇਅਰ ਕਰਦੇ ਹਾਂ, ਨਹੀਂ ਜੀ ਉਹ 20,000 ਨਾਲ ਅੱਜ ਕੱਲ੍ਹ ਕੀ ਬਣਦਾ ਜੀ, 50,000 ਨਾਲ ਅੱਜ ਕੱਲ੍ਹ ਕੀ ਬਣਦਾ। ਲੇਕਿਨ ਜਿਹੜੀ ਬਾਕੀ ਸੁਸਾਇਟੀ ਆ, ਕਿਸਾਨ ਆ, ਮਜ਼ਦੂਰ ਆ, ਕੋਈ ਰਿਕਸ਼ਾ ਚਲਾਉਣ ਵਾਲੇ ਆ, ਉਹਨਾਂ ਦਾ ਵੀ ਦੇਖਣਾ ਚਾਹੀਦਾ ਵੀ ਉਹਨਾਂ ਦੀ ਇਨਕਮ ਕਿੰਨੀ ਕੁ ਹੈਗੀ ਆ। ਤੇ ਮੇਰੇ ਖਿਆਲ ਮੁਤਾਬਕ ਹੈਗੀ ਆ ਕਿ ਪ੍ਰੋਬਲਮ ਇਹਨਾਂ ਦੀ ਇਹੋ ਹੈ ਜਿਹੜੀ ਗਵਰਨਮੈਂਟ EMPLOYEES ਦੇ ਇਹਨਾਂ ਦੀ ਪੈਨਸ਼ਨ ਔਰ ਜਿਹੜੇ ਆਪਣੇ ਤਨਖਾਹਾਂ ਆ ਬਹੁਤ ਜ਼ਿਆਦਾ ਕਰ ਦਿੱਤੀਆਂ। ਕਈ ਟੀਚਰ ਨੇ ਵੀ JCO ਸੂਬੇਦਾਰ ਮੇਜਰ, ਮੈਨੂੰ ਪਤਾ ਹੈ, ਮੈਂ ਦੇਖਿਆ ਕਿ ਲੱਖ ਰੁਪਈਆ ਉਹਨਾਂ ਦੀ ਪੈਨਸ਼ਨ ਆ। ਠੀਕ ਹੈ, ਉਹਨਾਂ ਨੂੰ ਲੱਖ ਮਿਲ ਜਾਂਦਾ। ਲੇਕਿਨ ਜਿਹੜਾ ਕੋਈ ਪੜ੍ਹਿਆ ਲਿਖਿਆ ਬੰਦਾ ਉੱਥੇ ਬੇਰੁਜ਼ਗਾਰ ਆ, MA BA ਕੀਤੀ ਉਹਨੂੰ ਕੋਈ 5,000 ਤੇ ਰੱਖ ਰਿਹਾ, 10,000 ਤੇ ਰੱਖਿਆ। ਤੇ ਬੇਸਿਕਲੀ ਪ੍ਰੋਬਲਮ ਇਹ ਹੈਗੀ, ਇਹਨੂੰ ਡਿਸੀਜਨ ਕਰਕੇ ਤੇ ਇਹਨੂੰ ਸੋਲਵ ਕਰਨਾ ਚਾਹੀਦਾ। ਥੈਂਕ ਯੂ। ਮੈਂ ਰਿਣੀ ਆ ਤੁਹਾਡਾ ਕਿ ਬਾੜਾ ਸਾਹਿਬ ਤੁਹਾਡੇ ਨਾਲ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ 4 ਸਾਲ, ਕਿਉਂਕਿ ਢਿੱਲੋਂ ਸਾਹਿਬ ਨੇ ਵੀ ਕਿਹਾ, ਆਪਾਂ ਵੀ ਭਲੀ ਭਾਂਤ ਜਾਣਦੇ ਹਾਂ, ਇੱਕ ਆਰਮੀ ਦੇ ਵਿੱਚ ਕਿਸੇ ਨੂੰ ਟ੍ਰੇਨਿੰਗ ਦੇਣ ਦੇ ਲਈ ਘੱਟੋ ਘੱਟ 5-7 ਸਾਲ ਲੱਗਦੇ ਤੇ ਲੱਖਾਂ ਰੁਪਈਆ ਇੱਕ ਆਦਮੀ ਤੇ ਖਰਚ ਹੁੰਦਾ। ਉਸ ਤੋਂ ਪਿੱਛੋਂ ਉਹਨੂੰ 4 ਸਾਲਾਂ ਬਾਅਦ ਕੱਢ ਕੇ ਘਰ ਨੂੰ ਤੋਰ ਦੋ 11,70,000 ਦੀ ਏਜ ਚ ਪਾ ਕੇ। ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ? ਮੈਂ ਪਹਿਲੇ ਤਾਂ ਇਹਨਾਂ ਦੀ ਗੱਲ ਨਾਲ, ਢਿੱਲੋਂ ਸਾਹਿਬ ਦੀ ਗੱਲ ਨਾਲ ਮੈਂ ਬੜਾ ਸਹਿਮਤ ਹਾਂ ਜੀ ਕਿ ਬਈ ਇਹ ਜਿਹੜਾ ਇਹ ਉਹਨਾਂ ਨੇ ਕੀਤਾ, ਪਹਿਲਾਂ ਤਾਂ ਕੋਈ ਇਹਨਾਂ ਨੇ ਪਾਸ ਨਹੀਂ ਕੀਤਾ। ਇਸ ਤਰ੍ਹਾਂ ਕਾਲੇ 3 ਕਾਨੂੰਨ ਲਿਆਂਦੇ ਸੀ ਇਹਨਾਂ ਨੇ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਇਹ ਉਸਦੇ ਉਸ ਤਰ੍ਹਾਂ ਹੀ ਇਹਨਾਂ ਨੇ ਆਪਣੇ ਆਪ ਨਜਿੱਠ ਕੇ ਉਹਨਾਂ ਨੇ ਅਗਨੀਪਾਥ ਲਿਆ ਤਾ। ਜਿਹਦਾ ਜਿੱਦਾਂ ਉਹਨਾਂ ਨੇ ਅਗਨੀਪਾਥ ਨਾ ਰੱਖਿਆ ਆ, ਉਸ ਤੋਂ ਇਹ ਤਾਂ ਲੱਗਦਾ ਵੀ ਅੱਗ ਲਾਉਣ ਲਈ ਇਹ ਤਿਆਰ ਕਰ ਰਹੇ ਆ। ਦੂਸਰੀ ਚੀਜ਼ ਇਹ ਆ ਕਿ ਹੁਣ ਅਗਨੀਪਾਥ ਦੀ ਇਸ ਗੱਲ ਨਾਲ, ਜਿਸ ਤਰ੍ਹਾਂ ਆਪ ਜੀ ਨੇ ਵੀ ਬੁਲਟ ਪੁਆਇੰਟ ਕਿਹਾ ਕਿ ਇਹ ਪੰਜਾਬ ਲਈ ਨਹੀਂ, ਇਹ ਤਕਰੀਬਨ ਸਾਰੇ ਦੇਸ਼ ਦੇ ਵਿੱਚ ਆ। ਇਸ ਟਾਈਮ ਅਗਨੀਪਾਥ ਦੇ ਨਾਂ ਤੇ ਦੇਸ਼ ਭਰ ਵਿੱਚ ਇੰਨੀ ਵੱਡੀ ਬੁਰੀ ਤਰ੍ਹਾਂ ਵਿਰੋਧ ਹੋ ਰਿਹਾ। ਕਈ ਥਾਂ ਟ੍ਰੇਨਾਂ ਨੂੰ ਅੱਗਾਂ ਲੱਗੀਆਂ, ਕਈ ਥਾਂ ਲਾਠੀਚਾਰਜ ਵੀ ਪੁਲਿਸ ਵੱਲੋਂ ਹੋਇਆ। ਐਂਡ ਬੜਾ ਕੁਝ ਹੋ ਰਿਹਾ। ਉਹ ਸਾਰੀ ਸਟੇਟਾਂ ਦੇ ਵਿੱਚ ਹੋ ਰਿਹਾ। ਇਹ ਇਕੱਲੀ ਹੁਣ ਪੰਜਾਬ ਦੀ ਗੱਲ ਨਹੀਂ ਹੈਗੀ। ਬਾਕੀ ਦੂਸਰੀ ਚੀਜ਼ ਇਹ ਆ ਕਿ ਜਿਹੜਾ ਇਹਨਾਂ ਨੇ ਇਹ 4 ਸਾਲ ਦੇ ਵਿੱਚ ਕਰਨਾ ਆ, ਪਹਿਲੀ ਗੱਲ ਤਾਂ ਇਹ ਦੇਖੋ ਕਿ ਜਿਹਨੇ ਉਹਨਾਂ ਨੇ 10ਵੀਂ ਤੋਂ ਲੈ ਕੇ ਉਹਨਾਂ ਨੂੰ 4 ਸਾਲ ਦੀ ਟ੍ਰੇਨਿੰਗ ਦੇਣੀ ਆ, ਮੁੜ ਕੇ ਆ ਕੇ ਉਹਨਾਂ ਨੂੰ ਅਨਪੜ੍ਹ ਰੱਖਣ ਲਈ ਨਾ ਤਾਂ ਉਹ ਕਾਲਜ ਜੁਆਇਨ ਕਰ ਸਕਦੇ, ਓਵਰਏਜ ਹੋ ਜਾਣੀ, ਤੇ ਨਾ ਉਹ ਕੋਈ ਫੇਰ ਸਟਾਰਟ ਕਰਦੇ ਪੜ੍ਹਾਈ। ਓਕੇ, ਤੀਸਰੀ ਜਿਹੜੀ ਚੀਜ਼ ਆ, ਉਹਨਾਂ ਨੇ ਆਪਣੇ ਲਈ ਆਪਣੀ ਜਿਹੜੀ RS ਫੋਰਸ ਆ, ਉਹਨੇ ਆਪਣੀ ਪ੍ਰੋਟੈਕਸ਼ਨ ਵਾਸਤੇ ਇਹਨਾਂ ਨੇ ਟ੍ਰੇਨ ਕਰਕੇ ਰੱਖਣੇ ਨੇ। ਜਿਸ ਤਰ੍ਹਾਂ ਉਹਦੇ ਵਿੱਚੋਂ 25% ਜਿਹੜੇ ਇਹਨਾਂ ਦੇ ਨਾਲ ਤੁਰਨਗੇ ਉਹ ਰੱਖਦੇ ਨੇ, 75% ਨੂੰ ਉਹਨਾਂ ਨੇ ਬਾਹਰ ਕੱਢ ਦੇਣਾ ਜੀ। ਹਾਂਜੀ, ਉਹਨਾਂ ਚੋਂ ਹੋਰ ਲਿਆਣੇ। ਇਹਨਾਂ ਨੇ ਸਿਰਫ ਆਪਣੀ ਫੌਜ ਬਣਾਉਣੀ ਆ। ਪਰ ਲੇਕਿਨ ਜਿਹੜੀ ਇਹ ਕਹਿੰਦੇ ਆ ਵਨ ਨੇਸ਼ਨ ਵਨ ਪਾਲਿਸੀ ਦੇ ਨਾਲ, ਪਰ ਲੇਕਿਨ ਇਹਨਾਂ ਨੂੰ ਪੁੱਛਿਆ ਜਾਵੇ, ਭਾਵੇਂ ਮੋਦੀ ਸਰਕਾਰ ਨੂੰ ਜਾਣੀ ਸਾਰੀ ਇੰਡੀਆ ਦਾ ਬੱਚਾ ਜਾਣਦਾ ਕਿ ਜਿਹੜੀਆਂ ਇਸ ਟਾਈਮ ਮਿਲਟਰੀ ਦੇ ਵਿੱਚ ਰੈਜੀਮੈਂਟ ਨੇ, ਜਿੱਦਾਂ ਸਿੱਖ ਰੈਜੀਮੈਂਟ ਹੈਗੀ ਆ, ਡੋਗਰਾ ਰੈਜੀਮੈਂਟ ਹੈਗੀ ਆ, ਗੋਰਖਾ ਰੈਜੀਮੈਂਟ ਹੈਗੀ ਆ, ਜਾਟ ਰੈਜੀਮੈਂਟ ਹੈਗੀ ਆ, ਉਹ ਸਾਰੀਆਂ ਰੈਜੀਮੈਂਟ ਜਿਹੜੀਆਂ ਆ ਉਹ ਆਪਣਾ ਸੀਸ ਤਲੀ ਤੇ ਰੱਖ ਕੇ ਲੜਨੇ ਲਈ ਤੇ ਲੜ ਰਹੇ ਨੇ ਤੇ ਮਰ ਰਹੇ ਨੇ, ਸ਼ਹੀਦ ਹੋ ਰਹੇ ਨੇ, ਮਤਲਬ ਦੇਸ਼ ਦੀ ਖਾਤਰ। ਪਰ ਲੇਕਿਨ ਜਿਹੜੇ ਇਹ ਨੌਜਵਾਨ ਆ ਜਿਨ੍ਹਾਂ ਨੂੰ ਟ੍ਰੇਨਿੰਗ ਭਾਵੇਂ ਦਿੱਤੀ, ਜਿੱਦਾਂ ਤੁਸੀਂ ਵੀ ਕਿਹਾ ਕਿ ਬਈ 5 ਤੋਂ 6 ਸਾਲ ਤਾਂ ਟ੍ਰੇਨਿੰਗ ਤੇ ਲੱਗਦੇ ਨੇ। ਹਾਂਜੀ, ਮਗਰੋਂ ਪੈਸਾ ਦੇ ਕੇ ਉਹਨਾਂ ਨੂੰ ਦੇ ਦਿੰਦੇ। ਉਹਨਾਂ ਨੇ ਫਿਰ ਆਪਣੇ ਘਰਾਂ 'ਚ ਜਾ ਕੇ
ਜਾਂ ਤਾਂ ਉਹਨਾਂ ਨੇ ਇਹ ਡਰੱਗਸ ਦੇ ਦੁਆਲੇ ਲੱਗ ਜਾਣਾ ਤੇ ਜਾਂ ਫਿਰ ਉਹਨਾਂ ਨੇ ਰੋਡ ਦੇ ਉੱਪਰ ਕਰਕੇ ਗੈਂਗਸਟਰ ਬਣਨਾ ਹੀ ਸ਼ੁਰੂ ਕਰ ਲੈਣਾ ਹੈ ਜੀ। ਮਤਲਬ ਜਾਨੀ ਇਸ ਫਿਊਚਰ ਦਾ ਇਹਦੇ ਨਾਲ ਕੋਈ ਫਿਊਚਰ ਨਹੀਂ ਦਿਸ ਰਿਹਾ ਕਿ ਉਹਨਾਂ ਨੇ ਇਹ ਅਗਨੀਵੀਰ ਤਿਆਰ ਕਰਕੇ ਇਹਨਾਂ ਨੇ ਕੁਝ ਖੱਟ ਲੈਣਾ। ਪਰ ਲੇਕਿਨ ਮੈਂ ਤਾਂ ਇਹੀ ਕਹਾਂਗਾ ਕਿ ਉਹਨਾਂ ਨੇ ਜਿਹੜੇ ਇਹ ਜਿਸ ਤਰ੍ਹਾਂ ਕਾਲੇ ਤਿੰਨ ਕਾਨੂੰਨ ਥੋਪੇ ਸੀਗੇ, ਇਹ ਸਕੀਮ ਯੋਜਨਾ ਜਿਹੜੀ ਅਗਨੀਪਥ ਯੋਜਨਾ, ਇਹ ਸਕੀਮ ਸਾਡੇ ਉੱਤੇ ਥਾਪਤੀ ਆ ਤੇ ਉਹਦੇ ਨਾਲ ਕੀ ਆ ਕਿ ਜਿਹੜੀ ਢਿੱਲੋਂ ਸਾਹਿਬ ਨੇ ਕਹੀ ਆ ਕਿ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਣ ਲਈ ਆ। ਹੁਣ ਕੀ ਹੋ ਰਿਹਾ ਕਿ ਕਿਸਾਨ ਤੇ ਮਜ਼ਦੂਰ ਫਿਰ ਕਹਿ ਰਹੇ ਕਿ ਵੀ ਅਸੀਂ ਟਰਾਲੀਆਂ ਲਾ ਕੇ ਦਿੱਲੀ ਨੂੰ ਤੁਰਾਂਗੇ। ਨਾਗਾਲੈਂਡ ਤੋਂ ਮਤਲਬ ਲੋਕੀ ਪੈਦਲ ਤੁਰ ਕੇ ਬਿਹਾਰ ਦੇ ਵਿੱਚ ਜਿਹੜੀ ਕਿ ਇਹਨਾਂ ਦੀ ਸਰਕਾਰ ਕਹਿ ਰਹੇ ਉੱਥੇ ਸਾਰਿਆਂ ਨਾਲੋਂ ਵੱਡਾ ਮਤਲਬ ਇਹ ਸ਼ੁਰੂ ਹੋਈ ਆ ਪਹਿਲਾਂ ਜਿਹੜੀ ਹੈਗੀ ਆ। ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓਗੇ ਉਹ ਉੱਥੇ ਦੇ ਲੋਕ ਗਰੀਬੀ ਇੰਨੀ ਆ ਜਿਹੜੇ ਕਿ ਪੰਜਾਬ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਮਜ਼ਦੂਰੀ ਕਰਕੇ ਆਪਣਾ ਢਿੱਡ ਪਾਲਣ ਲਈ ਜਾਂਦੇ ਨੇ। ਪਰ ਲੇਕਿਨ ਉੱਥੇ ਵਾਲੇ ਜਿਹੜੇ ਨੇ ਨੌਜਵਾਨ ਜਾਂ ਉੱਥੇ ਵਾਲੇ ਲੋਕ ਇਹ ਦੇਖਦੇ ਨੇ ਕਿ ਜਦ ਭਰਤੀਆਂ ਸ਼ੁਰੂ ਹੋਣਗੀਆਂ ਅਸੀਂ ਭਰਤੀ ਹੋਵਾਂਗੇ, ਨਾਲੇ ਤਾਂ ਸਾਡਾ ਖਰਚ ਘਰ ਦਾ ਵੀ ਤੁਰੇਗਾ, ਨਾਲੇ ਦੇਸ਼ ਦੀ ਕੁਝ ਸੇਵਾ ਵੀ ਕਰਾਂਗੇ। ਪਰ ਲੇਕਿਨ ਹੁਣ ਜਿਹੜੀ ਚੀਜ਼ ਇਹ ਇਹਨਾਂ ਨੇ ਹੁਣ ਕੀਤੀ ਆ, ਇਹਨਾਂ ਨੇ ਕੀ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਇਹ ਮਿਲਟਰੀ ਆ ਹੁਣ ਇਹ ਅਵਾਨੀ ਅਡਾਨੀ ਦੇ ਝੋਲੀ ਚ ਪਾ ਦੇਣੀ ਆ, ਕਿਉਂਕਿ ਇਹ ਉਹਨਾਂ ਦੇ ਕੋਲੋਂ ਵਿਕਿਆ ਆ। ਉਹਨਾਂ ਦੀ ਜਿਹੜੀ ਆ ਤਿੰਨ ਕਾਲੇ ਕਾਨੂੰਨਾਂ ਦੇ ਨਾਲ ਉਹਨਾਂ ਦਾ ਢਿੱਡ ਨਹੀਂ ਭਰ ਸਕਿਆ, ਉਹਨਾਂ ਨੇ ਹੁਣ ਇਹ ਨਵੀਂ ਸਕੀਮ ਲਿਆਤੀ ਆ। ਪਰ ਲੇਕਿਨ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਇਹਨਾਂ ਦੇ ਮੰਤਰੀ ਕਹਿ ਰਹੇ ਜੀ ਇਹ ਸਕੀਮ ਬਹੁਤ ਚੰਗੀ ਆ, ਉਹ ਏਦਾਂ ਬੋਲ ਰਹੇ ਨੇ, ਉਹ ਏਦਾਂ ਗੱਲਾਂ ਕਰ ਰਹੇ ਨੇ ਜਿੱਦਾਂ ਇੱਕ ਕੋਈ ਦਵਾਈ ਵੇਚਣ ਵਾਲਾ ਬੱਸਾਂ ਵਿੱਚ ਚੜ੍ਹ ਕੇ ਜਾਂ ਮਲਬਾ ਲਾ ਕੇ ਵੇਚਦਾ ਹੁੰਦਾ ਆ, ਉਹ ਇਸ ਤਰ੍ਹਾਂ ਵੇਚਣ ਲਈ ਮਤਲਬ ਗੱਲਾਂ ਕਰ ਰਹੇ ਨੇ। ਪਰ ਲੇਕਿਨ ਜਿੱਦਾਂ ਤੋਮਰ ਕਿਸਾਨਾਂ ਦੇ ਜਿਹੜੇ ਆਪਣੇ ਸੀਗੇ ਕਾਲੇ ਕਾਨੂੰਨ ਉਹਨਾਂ ਨੂੰ ਦੱਸ ਰਹੇ ਜੀ ਚੰਗੇ ਆ ਜੀ ਚੰਗੇ ਆ, ਮਗਰ ਉਹ ਇਹੀ ਕਿਹਾ ਸੀ ਕਿ ਵੀ ਅਸੀਂ ਇਹਨਾਂ ਨੂੰ ਸਮਝਾ ਨਹੀਂ ਸਕੇ। ਪਰ ਇਹ ਪਹਿਲਾਂ ਗੱਲ ਤਾਂ ਇਹ ਸੀ, ਪਹਿਲਾਂ ਇਹ ਸਾਰੇ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਬੜਾ ਸੋਹਣਾ ਕਿਹਾ ਕਿ ਪਹਿਲਾਂ ਇਹਨਾਂ ਨੇ ਤਿੰਨੇ ਪੁਲਿਸ ਦੇ ਸੌਰੀ ਜਿਹੜੀ ਸੈਨਾ ਜਿੰਨੀ ਵੀ ਹੈਗੀ ਆ 에ਅਰਫੋਰਸ ਪੁਲਿਸ ਦੀ ਆਪਣੀ ਸੌਰੀ ਅੱਜ ਥਲ ਸੈਨਾ ਤੇ ਪਾਣੀ ਦੀ ਜਿਹੜੀ ਆ ਉਹਨਾਂ ਸਾਰਿਆਂ ਨਾਲ ਗੱਲ ਕਰਕੇ ਦੱਸਦੇ ਕਿ ਆਹ ਚੀਜ਼ ਹੋਣੀ ਚਾਹੀਦੀ ਆ। ਫਿਰ ਆਪਣੀ ਪਾਰਲੀਮੈਂਟ 'ਚ ਲਿਆਂਦੇ ਇਸ਼ੂ, ਫਿਰ ਸਲਾਹ ਕਰਕੇ ਮਤਲਬ ਇਸ ਚੀਜ਼ ਨੂੰ ਲਿਆਂਦੇ। ਪਰ ਲੇਕਿਨ ਉਹ ਚੰਮਦੀਆਂ ਚਲਾ ਰਹੇ ਨੇ। ਪਰ ਲੇਕਿਨ ਇਹਦੇ ਵਿੱਚ ਕੀ ਹੋਣਾ, ਇਹ 'ਚ ਕੋਈ ਚੀਜ਼ ਆਪਣਾ ਫਿਊਚਰ ਨਹੀਂ ਬਣਾ ਰਹੇ। ਲੇਕਿਨ 24 ਦੀਆਂ ਵੋਟਾਂ ਦੇ ਵਿੱਚ ਇਹਨਾਂ ਨੇ ਆਪਣਾ ਇਹ ਖਤਾ ਖਾਣੀ ਹੈ ਜਿੱਦਾਂ ਮੈਂ ਤਾਂ ਹੀ ਕਹਾਂਗਾ। ਮੈਂ ਰਿਣੀ ਆ ਤੁਹਾਡਾ ਗਿਆਨੀ ਜੀ, ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਪੰਜਾਬ ਦੀ ਧਰਤੀ ਤੋਂ ਆਏ, ਤੁਸੀਂ ਇਹ ਅੰਦੋਲਨ ਨੂੰ ਸ਼ੁਰੂਆਤ ਹੁੰਦੀ ਦੇਖ ਕੇ ਆਏ ਹੋ। ਲੇਕਿਨ ਬੀਜੇਪੀ ਦੇ ਮੈਂ 3-4 ਮਿਨਿਸਟਰਾਂ ਦੇ ਬਿਆਨ ਸੁਣੇ। ਇੱਕ ਬੀਜੇਪੀ ਦਾ ਮਿਨਿਸਟਰ ਕੇਂਦਰੀ ਮੰਤਰੀਆਂ ਦੀ ਗੱਲ ਕਰਦਾ ਮੈਂ, ਕੇਂਦਰੀ ਮੰਤਰੀ ਕਹਿੰਦਾ ਕਿ ਅਗਰ ਟ੍ਰੇਨਿੰਗ ਤੋਂ ਬਾਅਦ ਸਾਨੂੰ ਕਿਤੇ ਹੋਰ ਨਾ ਲੋੜ ਪਊਗੀ ਇਹ ਸਾਡੇ ਦਫ਼ਤਰਾਂ ਦੇ ਬਾਹਰ ਚੌਕੀਦਾਰ ਦੇ ਤੌਰ ਤੇ ਕੰਮ ਕਰਨਗੇ। ਕਿ ਇਹ ਸੋਭਾ ਦਿੰਦਾ ਨੌਜਵਾਨੀ ਜੋ ਭਵਿੱਖ ਹੁੰਦਾ ਕਿਸੇ ਦੇਸ਼ ਦਾ, ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਨਾ। ਤੇ ਮੋਦੀ ਸਾਹਿਬ ਕਹਿੰਦੇ ਆ ਕਿ ਅਗਰ ਉਹਨਾਂ ਨੂੰ ਹੋਰ ਕੰਮ ਨਹੀਂ ਮਿਲੂ ਕੋਈ ਤੇ ਉਹ ਪਕੌੜੇ ਤਲ ਲਿਆ ਕਰਨਗੇ। ਕੀ ਕਹਿਣਾ ਚਾਹੁੰਦੇ ਪੰਜਾਬ ਦੇ ਕੀ ਹਾਲਾਤ ਨੇ, ਦੇਸ਼ ਦੇ ਕੀ ਹਾਲਾਤ ਨੇ? ਦੇਖੋ ਜੀ, ਬੜਾ ਸੋਹਣਾ ਹੁਣੇ ਵਿਚਾਰ ਇਹ ਕਰਦੇ ਪਏ ਸੀ ਕਿ ਜਿਹੜਾ ਬੱਚਾ 10ਵੀਂ ਤੋਂ ਬਾਅਦ ਵਿੱਚ ਆਰਮੀ ਦੇ ਵਿੱਚ 4 ਸਾਲ ਨੌਕਰੀ ਕਰੇਗਾ ਤੇ ਜਦੋਂ ਪੜ੍ਹਾਈ ਦੇ ਵਿੱਚ ਥੋੜਾ ਗੈਪ ਪੈ ਜਾਂਦਾ ਤੇ ਫਿਰ ਦੁਬਾਰਾ ਪੜ੍ਹਨਾ ਜਿਹੜਾ ਉਹ ਉਸ ਰੁਚੀ ਨਾਲ ਨਹੀਂ ਹੁੰਦਾ ਜਿਹੜਾ ਪਹਿਲੀ ਰੁਚੀ ਨਾਲ ਪੜ੍ਹਿਆ ਜਾ ਰਿਹਾ ਹੁੰਦਾ। ਸੋ ਇਸ ਕਰਕੇ ਜਿਹੜਾ 10ਵੀਂ ਕਰਕੇ ਬਾਅਦ ਵਿੱਚ ਨੌਕਰੀ 4 ਸਾਲ ਕਰਕੇ ਘਰੇ ਵਾਪਸ ਪਰਤ ਕੇ ਆਏਗਾ ਤੇ ਜ਼ਾਹਰ ਜੀ ਗੱਲ ਹੈ ਕਿ ਜੋ ਉਹਨਾਂ ਨੇ ਕਿਹਾ ਉਹਨੂੰ ਹਕੀਕਤ ਦੇ ਵਿੱਚ ਉਹਨਾਂ ਨੇ ਬਦਲ ਦੇਣਾ ਹੈ ਕਿ ਉਹ ਪਕੌੜੇ ਤਲੇਗਾ ਤੇ ਜਾਂ ਕਿਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਏਗਾ। ਸੋ ਜਿੱਥੇ ਇਹ ਨੌਜਵਾਨੀ ਦੇ ਨਾਲ ਬੜਾ ਵੱਡਾ ਇੱਕ ਧੋਖਾ ਕੀਤਾ ਜਾ ਰਿਹਾ, ਉੱਥੇ ਦੇਸ਼ ਦੀ ਜਿਹੜੀ ਸੁਰੱਖਿਆ ਵਾ ਉਹਨੂੰ ਇੱਕ ਤਰੀਕੇ ਨਾਲ ਸੰਨ ਲੱਗ ਜਾਣੀ ਹੈ। ਕਿਉਂਕਿ ਜਿਹੜਾ 4 ਸਾਲ ਨੌਕਰੀ ਕਰੇਗਾ ਉਹਦਾ ਦਿਲ ਨਹੀਂ ਕਰੇਗਾ ਕਿ ਬਾਰਡਰ ਤੇ ਜਾ ਕੇ ਮੈਂ ਹਿੱਕ ਤਾਨਾ ਤੇ ਦੁਸ਼ਮਣ ਦੀ ਗੋਲੀ ਜਿਹੜੀ ਆ ਉਹ ਮੈਂ ਆਪਣੀ ਛਾਤੀ ਦੇ ਵਿੱਚ ਖਾ ਲਵਾਂ। ਉਹਨੂੰ ਦਿਸਦਾ ਪਿਆ ਹੈ ਕਿ 4 ਸਾਲ ਬਾਅਦ ਨਾ ਤੇ ਮੈਨੂੰ ਅੱਗੇ ਨੌਕਰੀ ਜਾਣੀ ਹੈ, ਨਾ ਮੈਨੂੰ ਕੋਈ ਪੈਨਸ਼ਨ ਮਿਲਣੀ, ਨਾ ਮੇਰੇ ਪਰਿਵਾਰ ਨੂੰ ਕੋਈ ਸਹੂਲਤ ਮਿਲਣੀ ਹੈ। ਤੇ ਜੇਕਰ ਕੱਲ ਨੂੰ ਕੋਈ ਦੇਸ਼ ਦੇ ਉੱਪਰ ਕੋਈ ਹਮਲਾ ਹੁੰਦਾ, ਕੋਈ ਕਿਸੇ ਪਾਸੇ ਕੋਈ ਖਾੜਕੂ ਐਂਟਰ ਹੋ ਜਾਂਦੇ ਆ ਜਾਂ ਕੋਈ ਹੋਰ ਪਾਸੇ ਆਰਮੀ ਐਂਟਰ ਹੁੰਦੀ ਹੈ ਤੇ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਹੀ ਜਿਹੜਾ ਵਾ ਕੋਈ ਯਤਨ ਕਰਨਗੇ, ਨਾ ਕਿ ਅੱਗੇ ਲੜਨ ਵਾਸਤੇ ਯਤਨ ਕਰਨਗੇ। ਸੋ ਇਹ ਇੱਕ ਵਾਰੀ ਫੇਰ ਜਿਹੜਾ ਬੀਜੇਪੀ ਸਰਕਾਰ ਨੇ ਪੂਰੇ ਦੇਸ਼ ਨੂੰ, ਪਹਿਲਾਂ ਵੀ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਆਪਣੇ ਹੁਕਮ ਦੀ ਜਾਂ ਆਪਣੇ ਜਿਹੜਾ ਵਾ ਉਹਨਾਂ ਕੋਲ ਮੈਜੋਰਟੀ ਦੇ ਕਰਕੇ ਉਹ ਸਾਰਾ ਕੁਝ ਕਰਦੇ ਪਏ ਆ। ਅਸੀਂ ਜਿਸ ਤਰ੍ਹਾਂ ਕਹਿੰਦੇ ਪਏ ਆ ਨਾ ਕਿ ਜੀ ਉਹ ਪਹਿਲਾਂ ਪਾਰਲੀਮੈਂਟ ਦੇ ਵਿੱਚ ਬਿੱਲ ਲੈ ਕੇ ਆਉਂਦੇ
ਤੇ ਫਿਰ ਉਹ ਗੱਲ ਕਰਦੇ। ਬਿੱਲ ਤਾਂ ਪਿਛਲੀ ਵਾਰੀ ਵੀ ਉਹਨਾਂ ਨੇ 3 ਕਾਨੂੰਨਾਂ ਦੇ ਲੈ ਕੇ ਆਂਦੇ ਸੀ, ਮੈਜੋਰਟੀ ਹੋਣ ਕਰਕੇ ਉਹਨਾਂ ਦੇ ਖਿਲਾਫ ਕੋਈ ਗੱਲਬਾਤ ਨਹੀਂ ਹੁੰਦੀ ਤੇ ਉਹ ਬਿੱਲ ਬੜੇ ਧੜੱਲੇ ਦੇ ਨਾਲ, ਬੜੀ ਦ੍ਰਿੜਤਾ ਦੇ ਨਾਲ ਉਹ ਬਿੱਲ ਪਾਸ ਵੀ ਕਰ ਦਿੰਦੇ ਆ। ਸੋ ਇਹ ਜਿਹੜਾ ਵਾ ਇਹ ਦੇਸ਼ ਦੇ ਵਾਸਤੇ ਇੱਕ ਬੜਾ ਮਾੜਾ ਸਮਾਂ ਚੱਲਦਾ ਪਿਆ ਹੈ ਕਿ ਹੰਕਾਰੀ ਜਦੋਂ ਰਾਜਾ ਹੋ ਜਾਂਦਾ ਹੈ ਤੇ ਉਹ ਮਨਮਰਜ਼ੀ ਦੇ ਫੈਸਲੇ ਕਰਦਾ ਹੈ ਤੇ ਉਹ ਮਨਮਰਜ਼ੀ ਦੇ ਕੀਤੇ ਫੈਸਲੇ ਜਿਹੜੇ ਨੇ ਉਹ ਬਹੁਤੇ ਦੇਸ਼ ਦੇ ਵਾਸਤੇ ਜਾਂ ਦੇਸ਼ ਵਾਸੀਆਂ ਵਾਸਤੇ ਰਾਸ ਨਹੀਂ ਆ ਸਕਦੇ। ਬਿਲਕੁਲ ਬਿਲਕੁਲ। ਸੋ ਜਿਸ ਤਰ੍ਹਾਂ ਬਾਬਾ ਜੀ ਗਿਆਨੀ ਤੁਸੀਂ ਵੀ ਦੱਸਿਆ, ਢਿੱਲੋਂ ਸਾਹਿਬ ਨੇ ਵੀ ਦੱਸਿਆ, ਬਾੜਾ ਸਾਹਿਬ ਨੇ, ਜਿਹੜੇ ਰਾਜਿਆਂ ਤੌਰ ਤੇ ਇੱਕ ਫੈਸਲੇ ਲੈ ਜਾਂਦੇ। ਅੱਜ ਆਪਾਂ ਢਿੱਲੋਂ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂ ਚੇਤੇ ਕਰਦੇ ਹਾਂ ਬਾਰ-ਬਾਰ, ਆਪਾਂ ਉਹਦਾ ਕਿਉਂ ਜ਼ਿਕਰ ਕਰਦੇ ਹਾਂ? ਜਨਰੇਸ਼ਨ ਟੂ ਜਨਰੇਸ਼ਨ, ਪੀੜ੍ਹੀ ਤੋਂ ਪੀੜ੍ਹੀ ਆਪਾਂ ਕਹਿੰਦੇ ਕਿ ਕਾਸ਼ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੁਆਰੇ ਆਵੇ। ਲੇਕਿਨ ਅੱਜ ਚੁਣੀ ਹੋਈਆਂ ਸਰਕਾਰਾਂ, ਚੁਣ ਕੇ ਲਿਆਂਦੇ ਲੀਡਰ ਜਿਨ੍ਹਾਂ ਨੂੰ ਇੰਨਾ ਬਹੁਮਤ ਮਿਲਿਆ, ਕੀ ਇਹ ਬਹੁਮਤ ਉਹਨੇ ਮਸ਼ੀਨਾਂ ਰਾਹੀਂ ਲੈ ਲਿਆ ਜਾਂ ਪੈਸੇ ਦੇ ਜ਼ੋਰ ਨਾਲ ਲੈ ਲਿਆ? ਕਿ ਲੋਕਾਂ ਨੂੰ ਪਿਛਲੀ ਇਲੈਕਸ਼ਨ ਤੋਂ ਬਾਅਦ ਫਿਰ ਵੀ ਅਕਲ ਨਹੀਂ ਆਈ, ਜਾਂ ਕਾਲੇ ਕਾਨੂੰਨਾਂ ਤੋਂ ਬਾਅਦ ਫਿਰ ਵੀ ਜਦੋਂ ਉਹਨਾਂ ਨੇ ਪੰਜਾਬ ਭਾਰਤ ਬੰਦ ਦਾ ਸੱਦਾ ਦਿੱਤਾ ਕਿ ਭਾਰਤ ਦੇ ਉਹਨੀ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਵੱਡੀਆਂ ਵੱਡੀਆਂ ਉੱਗੀਆਂ ਥਾਵਾਂ ਤੇ ਇੰਨੀ ਪੁਲਿਸ ਤੇ ਪੈਰਾ ਮਿਲਟਰੀ ਖੜੀ ਕਰਤੀ ਕਿ ਉੱਥੇ ਕਿਸੇ ਦਾ ਜਾਣ ਨੂੰ ਦਿਲ ਹੀ ਨਹੀਂ ਕੀਤਾ। ਕੀ ਕਹਿਣਾ ਚਾਹੁੰਦੇ ਢਿੱਲੋਂ ਬਾਰੇ, ਢਿੱਲੋਂ ਸਾਹਿਬ ਇਹਦੇ ਬਾਰੇ? ਰਾਮੇਵਾਲ ਜੀ, ਇਹਨਾਂ ਨੇ ਬੜੀ ਹਿੰਦੁਸਤਾਨ ਦੀ ਜਿਹੜੀ ਹੈ ਡੇਂਜਰਸ ਸਿਚੁਏਸ਼ਨ ਕਰ ਦਿੱਤੀ ਆ। ਦੇਖੋ 4 ਸਾਲ ਦੇ ਵਿੱਚ ਤੇ ਬੰਦਾ ਟ੍ਰੇਨ ਹੁੰਦਾ। ਹੁਣ ਦੇਖੋ ਮੈਂ ਅਕਾਊਂਟੈਂਟ ਹਾਂ ਤੇ ਅਸੀਂ ਜਿਸ ਵੇਲੇ ਇੱਥੇ ਸਾਡੇ ਕੋਲ ਮੁੰਡੇ ਆਉਂਦੇ ਤਾਂ 3-4 ਸਾਲ ਤਾਂ ਉਹਨਾਂ ਨੂੰ ਟ੍ਰੇਨਿੰਗ ਕਰਨੇ ਨੂੰ ਲੱਗਦੀ ਆ, ਤੇ ਜਿਸ ਵੇਲੇ ਉਹ ਟ੍ਰੇਨਿੰਗ ਕਰਦੇ ਹੋ ਜਾਏ ਉਹਨਾਂ ਦੀ ਤੇ ਅਸੀਂ ਉਹਨਾਂ ਨੂੰ ਕੱਢ ਦਈਏ, ਸਾਨੂੰ ਤਾਂ ਉਸ ਗੱਲ ਦਾ ਬਹੁਤ ਘਾਟਾ ਪਏਗਾ। ਸਾਨੂੰ ਤਾਂ ਫਿਕਰ ਹੋ ਜਾਂਦਾ ਵੀ 4-5 ਸਾਲ ਇਹਨਾਂ ਨੂੰ ਟ੍ਰੇਨਿੰਗ ਕਰਦੇ ਰਹੇ, ਹੁਣੇ ਚਲੇ ਚੱਲੇ ਆ। ਤੇ ਇਸੇ ਤਰ੍ਹਾਂ ਜਿਹੜਾ 4 ਸਾਲ ਦੇ ਵਿੱਚ ਪਹਿਲਾਂ 2 ਸਾਲ ਤੇ ਬੰਦੇ ਨੂੰ ਮਿਲਟਰੀ ਦਾ ਬੜਾ ਡਿਸਿਪਲਿਨ ਹੁੰਦਾ, 1-2 ਸਾਲ ਤੇ ਪਹਿਲਾਂ ਉਹਨੂੰ ਸੈਟਲ ਹੋਣ ਨੂੰ ਲੱਗਦੇ ਉੱਥੇ, ਤੇ ਉੱਥੋਂ ਕਈ ਬੰਦੇ ਭਗੌੜੇ ਹੋਣ ਦੀ ਵੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਬੜੀ ਸਖਤ ਹੁੰਦੀ। 4 ਸਾਲ ਦੇ ਵਿੱਚ ਜਿਹੜਾ ਬੰਦਾ ਮਤਲਬ ਉਹ ਆਪਣੀ ਜੌਬ ਨੂੰ ਯੂਜ਼ ਟੂ ਹੁੰਦਾ। ਇਹਨਾਂ ਨੇ ਹਿੰਦੂ ਸਭਾ ਦਾ ਕਰਦੇ ਨੇ ਕੀ ਕਰਨੇ, ਇਹਨਾਂ ਦੀ ਹੈ ਕੀ ਆ ਕਿ ਰੈਜੀਮੈਂਟਾਂ ਤੋੜਨੀਆਂ ਚਾਹੁੰਦੇ ਆ। ਦੇਖੋ ਰੈਜੀਮੈਂਟ ਜਿਹੜੀਆਂ ਸਿੱਖ ਰੈਜੀਮੈਂਟ ਆ, ਚਲੋ ਅਸੀਂ ਸਿੱਖ ਹੋਣ ਕਰਕੇ ਸਾਨੂੰ ਆਪਣੀਆਂ ਰੈਜੀਮੈਂਟਾਂ ਤੇ ਬਹੁਤਾ ਮਾਣ ਆ, ਲੇਕਿਨ ਹੋਰ ਦੂਸਰੇ ਗੋਰਖਾ ਰੈਜੀਮੈਂਟ ਆ ਜਾਂ ਦੂਸਰੇ ਜਾਟ ਰੈਜੀਮੈਂਟ ਆ, ਸਿੱਖ ਲਾਈ ਰੈਜੀਮੈਂਟ ਆ, ਆਪਣੀਆਂ ਰੈਜੀਮੈਂਟਾਂ ਦੇ ਉੱਤੇ ਫੌਜੀਆਂ ਨੂੰ ਬੜਾ ਮਾਣ ਹੁੰਦਾ। ਆਪਣੀ ਰੈਜੀਮੈਂਟ ਦਾ ਇਤਿਹਾਸ ਦੇਖ ਕੇ ਆਪਣੀ ਜਾਨ ਕੁਰਬਾਨ ਕਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਆ। ਜੇ ਕਿਤੇ ਇਹਨਾਂ ਨੇ ਜੇ ਰੈਜੀਮੈਂਟਾਂ ਤੋੜ ਦਿੱਤੀਆਂ, ਮਿਕਸ ਬੰਦੇ ਕਰ ਦਿੱਤੇ, ਨਹੀਂ ਮਿਲਟਰੀ ਨੂੰ ਵੀਕ ਕਰ ਦੇਣਾ, ਕਿਤੇ ਚਾਈਨਾ ਵਗੈਰਾ ਨਾਲ ਲੜਾਈ ਲੱਗ ਗਈ ਤਾਂ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਕੀ ਬਣ ਗਿਆ। ਇਹ ਜਿਹੜਾ ਸਿਚੁਏਸ਼ਨ ਕਰ ਰਹੇ ਆ ਬੜੀ ਡੇਂਜਰਸ ਕ੍ਰੀਏਟ ਕਰ ਰਹੇ ਆ। ਇਹਨਾਂ ਦੀ ਬੁੱਧ ਭ੍ਰਿਸ਼ਟ ਹੋਈ ਆ। ਦੇਖੋ ਜਿਸ ਵੇਲੇ ਆਪਾਂ ਕਦੇ ਵੀ ਮਿਲਟਰੀ ਦੀ ਹਿਸਟਰੀ ਪੜ੍ਹਦੇ ਆ, ਕਾਰਗਿਲ ਦੀ ਜੰਗ ਬਾਰੇ ਪੜ੍ਹਦੇ ਆ, ਇਹ ਬਾਜਵਾ ਸਾਹਿਬ ਦਾ ਬ੍ਰਦਰ ਸੀ, ਉਹਦੀ ਮੈਂ ਇੰਟਰਵਿਊ ਦੇਖਦਾ ਸੀ ਤੇ ਉਹ ਆਪਣੇ ਸਿੱਖ ਫੌਜੀਆਂ ਨੂੰ ਕਹਿੰਦਾ ਸੀਗਾ ਵੀ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚਾਹੇ ਬੋਲੇ ਸੋ ਨਿਹਾਲ ਦੇ ਜਿਹੜੇ ਨਾਅਰੇ ਆ ਇੱਥੇ ਲਾਉਣੇ ਆ ਕਿ ਜਾਂ ਉੱਤੇ ਟੌਪ ਦੇ ਉੱਤੇ ਜਾ ਕੇ ਲਾਉਣੇ ਆ ਕੈਪਚਰ ਕਰਕੇ ਇਹਨੂੰ ਪੋਸਟ ਨੂੰ? ਉਹ ਕਹਿੰਦੇ ਸੀ ਅਸੀਂ ਤਾਂ ਪੋਸਟ ਨੂੰ ਕੈਪਚਰ ਕਰਕੇ ਲਾਵਾਂਗੇ, ਕੈਪਚਰ ਕਰਕੇ ਤੇ ਫਿਰ ਲਾਵਾਂਗੇ। ਰੈਜੀਮੈਂਟਾਂ ਆਪਣੀਆਂ ਇਤਿਹਾਸ ਦੇਖ ਕੇ, ਆਪਣਾ ਧਰਮ ਦੇਖ ਕੇ, ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਨੂੰ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ, ਉਹਨਾਂ ਦੇ ਬੱਚਿਆਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ, ਫੌਜੀ ਲੜ ਮਾਰਨੇ ਨੂੰ ਤਿਆਰ ਹੋ ਜਾਂਦੇ ਆ। ਜੇ ਕਿਤੇ ਇਹਨਾਂ ਨੇ ਰੈਜੀਮੈਂਟਾਂ ਜਿਹੜੀਆਂ ਉਹ ਤੋੜ ਦਿੱਤੀਆਂ ਜਾਂ ਰੈਜੀਮੈਂਟਾਂ ਮਿਕਸ ਕਰ ਦਿੱਤੀਆਂ ਤੇ ਇਹਨਾਂ ਨੂੰ ਬੜਾ ਨੁਕਸਾਨ ਹੋਏਗਾ। ਔਰ ਜਿਹੜਾ 4 ਸਾਲਾਂ ਦੀ ਆਪਣੇ ਗੱਲ ਕਰਦੇ ਨਾ ਕਿ ਜਿਹੜਾ ਮੁੰਡਿਆਂ ਦਾ ਨੁਕਸਾਨ, ਜਿਹੜੇ 4 ਸਾਲਾਂ ਨੂੰ ਭਰਤੀ ਕਰਨੇ ਆ ਉਹਦਾ ਮੁੰਡਿਆਂ ਦਾ ਨੁਕਸਾਨ ਨਹੀਂ, ਦੇਸ਼ ਦਾ ਬੜਾ ਨੁਕਸਾਨ ਹੋਏਗਾ। ਜਿਸ ਤਰ੍ਹਾਂ ਮੈਂ ਅੱਜ ਕੀਤੀ ਆ, ਬੰਦਾ ਪ੍ਰੋਫੈਸ਼ਨਲ 4 ਸਾਲਾਂ ਮਗਰੋਂ ਟ੍ਰੇਨ ਹੁੰਦਾ, ਪ੍ਰੋਪਰਲੀ ਟ੍ਰੇਨ ਹੁੰਦਾ, ਤੇ ਉਹਨੂੰ ਫਿਰ ਤੁਸੀਂ ਘਰ ਨੂੰ ਕੱਢ ਦਿਓ ਤਾਂ ਆਪਣਾ ਤੁਹਾਨੂੰ ਫੌਜ ਨੂੰ ਵੀ ਘਾਟਾ ਪਏਗਾ, ਮੁਲਕ ਨੂੰ ਘਾਟਾ ਪਏਗਾ। ਜੇ ਉਹਨਾਂ ਨੇ ਕੱਟਸ ਕਰਨੀਆਂ, ਕੋਈ ਕੱਟਸ ਕਰਨੇ ਦੇ ਹੋਰ ਬੜੇ ਤਰੀਕੇ ਉਹ ਇਹਨਾਂ ਨੂੰ ਕਰਨੇ ਚਾਹੀਦੇ ਆ। ਬਾਕੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਆ, ਬੇਸ਼ੱਕ ਉਹ ਸਿੱਖ ਰਾਜ ਲਾਇਆ ਜਾਂਦਾ ਪਰ ਲੇਕਿਨ ਉਹ ਸਿੱਖ ਰਾਜ ਪਲੱਸ ਪੰਜਾਬੀ ਰਾਜ ਵੀ ਸੀ। ਉਹਦਾ ਚੀਫ ਜਨਰਲ ਜਿਹੜਾ ਸੀਗਾ ਉਹ ਮੋਹਕਮ ਚੰਦ ਹਿੰਦੂ ਸੀ, ਜਿਹੜਾ ਉਹਦੀ ਆਪਣੇ ਤੋਪਖਾਨਾ ਸੀ ਉਹ ਮੀਆਂ ਗੌਸ ਦੇ ਅੰਡਰ ਸੀ, ਸਾਰਾ ਮੁਸਲਮਾਨਾਂ ਦੇ ਅੰਡਰ ਸੀ। ਔਰ ਜਿਹੜਾ ਘੋੜਸਵਾਰ ਸੀ ਜਾਂ ਪੈਦਲ ਸੀ ਉਹ ਮੇਨਲੀ ਸਿੱਖਾਂ ਦੇ ਕੋਲ ਸੀ। ਉਹਨੇ ਹਰੇਕ ਧਰਮ ਨੂੰ, ਹਰੇਕ ਫਿਰਕੇ ਨੂੰ ਆਪਣੇ ਸਮਝਿਆ ਤੇ ਤਦੇ ਹੀ ਉਹਦੇ ਨਾਲ ਲੋਕ ਪਿਆਰ ਕਰਦੇ ਸੀ। ਜਿਸ ਤਰ੍ਹਾਂ ਉਹਦੀਆਂ ਐਗਜ਼ਾਮਪਲ ਦੇਖ ਲਓ, ਜਿਸ ਵੇਲੇ ਅੰਗਰੇਜ਼ਾਂ ਦੇ ਨਾਲ ਸਿੱਖਾਂ ਦੀ ਲੜਾਈ, ਆਪਣੇ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਹੋਈ ਆ, ਤੋਪਖਾਨਾ ਸਾਰਾ ਮੁਸਲਮਾਨਾਂ ਕੋਲ ਸੀ
ਲੇਕਿਨ ਇੱਕ ਵੀ ਮੁਸਲਮਾਨ ਆਪਣੀ ਤੋਪ ਛੱਡ ਕੇ ਨਹੀਂ ਗਿਆ। ਆਪਣੀਆਂ ਸਾਰੀਆਂ ਜਾਨਾਂ ਉਹਨਾਂ ਨੇ ਕੁਰਬਾਨ ਕੀਤੀਆਂ ਉੱਥੇ, ਕਿਉਂਕਿ ਉਹ ਆਪਣੇ ਹਰੇਕ ਬੰਦੇ ਨੂੰ ਆਪਣੀ ਮਾਨਸ ਕੀ ਜਾਤ ਸਭੇ ਕੋ ਪਹਿਚਾਨਵੇ ਦੇ ਸਿਧਾਂਤ ਤੇ ਤੁਰਦਾ ਸੀ। ਇਹ ਜੋ ਹਿੰਦੂਤਵਾ ਹੁਣ ਲਿਆ ਰਹੇ ਆ, ਇਹਨਾਂ ਨੇ ਆਪਣਾ ਬਹੁਤ ਖਤਾ ਖਾਣੀ। ਇਹਨਾਂ ਨੇ ਮੁਲਕ ਦੇ ਜਾਂ ਤਾਂ ਟੋਟੇ ਕਰ ਦੇਣੇ ਆ, ਜਾਂ ਕਿਤੇ ਚਾਈਨਾ ਵਗੈਰਾ ਨਾਲ ਲੜਾਈ ਹੋ ਗਈ ਤੇ ਇਹਨਾਂ ਨੇ ਥੱਲੇ ਲੱਗ ਜਾਣਾ। ਬਿਲਕੁਲ ਕਿਉਂਕਿ ਜਦੋਂ ਜਿਸ ਤਰ੍ਹਾਂ ਮੈਂ ਗੱਲ ਕਰਦਾ, ਮਹਾਰਾਜਾ ਰਣਜੀਤ ਸਿੰਘ ਦੇ ਮੁਸਲਮਾਨ ਉਹਦੇ ਸਾਰੇ ਟੋਪ ਸੀ, ਇੱਕ ਵੀ ਕਰ ਨਹੀਂ ਗਿਆ। ਜੋ ਕੁਛ ਇਹ ਮਿਨੋਰਟੀਜ਼ ਹੁਣ ਕਰ ਰਹੇ ਆ, ਮੁਸਲਮਾਨਾਂ ਨਾਲ ਯੂਪੀ ਦੇ ਵਿੱਚ ਕਰ ਰਹੇ ਆ, ਜੇ ਉਹ ਕਿਤੇ ਫੌਜ ਦੇ ਵਿੱਚ ਹੋਣ ਤੇ ਉਹ ਕਿਸੇ ਮਤਲਬ ਲੱਗ ਮੰਨ ਕੇ ਕੋਈ ਮਤਲਬ ਆਪਣੀ ਖਾਦ ਦੇਣ ਨੂੰ ਤਿਆਰ ਨਹੀਂ ਹੋਏਗਾ ਮੁਲਕ ਵਾਸਤੇ। ਇਸ ਕਰਕੇ ਬੜਾ ਡੇਂਜਰਸ ਕਰ ਰਹੇ ਨੇ ਔਰ ਵਿਦਆਊਟ ਐਨੀ ਕੰਸਲਟੇਸ਼ਨ ਕਰ ਰਹੇ ਆ। ਇਹ ਬਹੁਤ ਵੱਡਾ ਫੈਸਲਾ। ਇਹ ਨਾ ਹੀ ਕਿਸ ਤਰ੍ਹਾਂ ਦੇ ਰੱਖਦੇ ਆ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਹਿ ਹਟੇ, ਦੁਬਾਰਾ ਆਪਾਂ ਰਿਪੀਟ ਕਰ ਦਿੰਦੇ ਆ, ਅਗਨੀ ਪਾਸ ਤੇ ਅਗਨੀ ਵੀਰ। ਇਹਨਾਂ ਨੂੰ ਮਤਲਬ ਹਿੰਦੂਤਾ ਦਾ ਜ਼ਿਆਦਾ ਆ, ਲੇਕਿਨ ਹਿੰਦੂਤਾ ਵੀ ਜਿਹੜਾ ਧਰਮ ਏਦਾਂ ਨਹੀਂ ਫੈਲਦੇ ਹੁੰਦੇ, ਧਰਮ ਪਿਆਰ ਨਾਲ ਫੈਲਦੇ ਹੁੰਦੇ ਆ। ਇਹ ਬੜੀ ਗਲਤੀ ਕਰ ਰਹੇ ਆ। ਮੈਂ ਇੰਨਾ ਕੁ ਏਦਾਂ ਕਹਿਣਾ ਹੋਇਆ, ਬਾਕੀ ਹੁਣ ਬਾਕੀਆਂ ਨੂੰ ਵੀ ਟਾਈਮ ਦੇਣਾ ਦਿੰਦੇ ਆ। ਢਿੱਲੋਂ ਸਾਹਿਬ, ਕਿਉਂਕਿ ਆਪਣੇ ਸਮਾਂ ਹੁਣ ਥੋੜਾ ਜਿਹਾ ਘੱਟ ਰਹਿ ਗਿਆ, ਮੈਂ ਚਾਹੁੰਦਾ ਜਿਹੜੀ ਵੀ ਆਪਾਂ ਗੱਲ ਕਰੀਏ ਥੋੜੀ ਜਿਹੀ ਹਿਸਾਬ ਦੀ, ਥੋੜੇ ਲਫ਼ਜ਼ਾਂ 'ਚ ਕਰੀਏ। ਬਾੜਾ ਸਾਹਿਬ, ਕਿਉਂਕਿ ਮੈਂ ਇੱਕ ਲੀਡਰਾਂ ਦੇ ਬਿਆਨ ਵੀ ਸੁਣਦਾ ਸੀ, ਨਿਊਜ਼ ਵਿੱਚ ਵੀ ਦੇਖਦਾ ਸੀ, ਅੱਜ ਤੱਕ ਵੀ ਸੁਣਦਾ ਸੀ। ਉਹਦੇ ਵਿੱਚ ਉਹ ਦੱਸਣ ਡਿਆ ਸੀ ਕਿ ਜਦੋਂ ਆਰਮੀ ਵਿੱਚ ਤੁਸੀਂ ਭਰਤੀ ਹੁੰਦੇ, ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ। ਟ੍ਰੇਨਿੰਗ ਦੇ ਵਿੱਚ ਤੁਹਾਡੀ ਸਾਲ ਟ੍ਰੇਨਿੰਗ ਤੋਂ ਬਾਅਦ ਤੁਹਾਡਾ ਮੈਡੀਕਲ ਹੁੰਦਾ। ਜਦੋਂ ਕਈ ਬੱਚੇ ਮੈਡੀਕਲ 'ਚੋਂ ਫੇਲ ਹੋ ਜਾਂਦੇ ਆ, ਉਹ ਜਾਂ ਤਾਂ ਸੁਸਾਈਡ ਕਰ ਲੈਂਦੇ ਜਾਂ ਉਹ ਪਾਗਲ ਹੋ ਜਾਂਦੇ ਆ। ਲੇਕਿਨ ਜਦੋਂ ਇਹ ਇੰਨੀ ਵੱਡੀ ਭਰਤੀ ਕਰਨੇ ਆ, ਇਹਨਾਂ ਨੂੰ ਪਤਾ ਕਿ 4 ਸਾਲਾਂ ਬਾਅਦ ਕੱਢ ਦੇਣੇ ਆ, ਜਦੋਂ ਇੰਨੀ ਮਿਹਨਤ ਕਰਕੇ ਵਿਚਾਰੇ ਕਈ ਫੇਲ ਹੋ ਜਾਂਦੇ, ਹੁਣ ਤੱਕ ਕਈਆਂ ਨੇ ਸਾਰਿਆਂ ਨੇ ਫੇਲ ਹੋ ਜਾਣਾ। ਕੀ ਕਹਿਣਾ ਚਾਹੁੰਦੇ? ਮੈਂ ਉਹੀ ਪਹਿਲਾਂ ਤਾਂ ਫਿਰ ਇਹੀ ਗੱਲ ਕਰੀਏ ਕਿ ਹੁਣ ਇਹਨਾਂ ਨੇ ਇਸ ਚੀਜ਼ ਜਿਹੜੀ ਆ ਹੁਣ ਅੱਗਾਂ ਲੱਗ ਰਹੀਆਂ ਆ, ਕਿਉਂਕਿ ਕਿਤੇ ਨਾ ਇਦਾਂ ਦਾ ਦੂਸਰੇ ਹੁਣ ਅੱਗਾਂ ਜਿਹੜੀਆਂ ਦੇਸ਼ ਭਰ ਦੇ ਵਿੱਚ ਲੱਗ ਰਹੀਆਂ ਆ, ਉਹਦਾ ਜਿਹੜਾ ਨੁਕਸਾਨ ਆ, ਉਹ ਨੁਕਸਾਨ ਫਿਰ ਪਬਲਿਕ ਦਾ ਹੀ ਹੋਣਾ। ਪਰ ਪਬਲਿਕ ਦੇ ਨੁਕਸਾਨ ਦੇ ਵਿੱਚ ਮਗਰੋਂ ਫੇਰ ਟੈਕਸ ਲਾ ਕੇ ਉਹ ਮਤਲਬ ਸਾਰੇ ਸਾਡੇ ਸਿਰਾਂ ਤੇ ਪੈਣਾ, ਪਬਲਿਕ ਦੇ ਸਿਰ ਤੇ ਪੈਣਾ ਫੇਰ। ਹਾਂਜੀ, ਤੇ ਜਾਂ ਫਿਰ ਕੀ ਹੋਣਾ ਕਿ ਅਡਾਨੀ ਤੇ ਅਬਾਨੀ ਵਾਲਿਆਂ ਨੇ ਕਹਿਣਾ ਕਿ ਚਲੋ ਜੀ ਆਹ ਚੀਜ਼ ਨੂੰ ਅਸੀਂ ਬਣਾ ਦਿੰਦੇ ਆ, ਇਹਦਾ ਕੰਟਰੋਲ ਸਾਡੇ ਤੇ ਹੋਊ। ਇਹੀ ਉਹ ਚੀਜ਼ ਮੋਦੀ ਨੇ ਜੋ ਉਹਨਾਂ ਨਾਲ ਕੰਟਰੈਕਟ ਕੀਤਾ ਆ ਉਹ ਕਰਨਾ। ਕਿਉਂਕਿ ਜਦੋਂ ਅੱਗੇ ਕਾਲਾ ਧਨ ਲਿਆਉਣ ਦੀ ਕਰਦੇ ਸੀ, ਉਹ ਬੋਲੀ ਬੋਲਦੇ ਸੀਗੇ, ਉਹ ਬੋਲੀ ਇਹੀ ਬੋਲਦੇ ਸੀਗੇ ਕਿ ਬਈ ਇਹ 15 ਦਾ ਜਿਹੜਾ ਇਹਨਾਂ ਨੇ ਕੱਲੇ ਦੇ ਅਕਾਊਂਟ 'ਚ ਆਉਣਾ ਆ, ਉਹ ਆਵੇਗਾ। ਉਹ ਮਗਰੋਂ ਕਿਹਾ ਜੀ ਇਹ ਸਿਰਫ ਜੁਮਲੇ ਸੀ ਇਹਨਾਂ ਦੇ। ਆ ਜਿਹੜਾ ਹੁਣ ਵੀ ਜਿਹੜਾ 4 ਸਾਲ ਬਾਅਦ ਵਾਲੀ ਗੱਲ ਆ, ਇਹ ਉਹੀ ਆ ਕਿ ਇਹ ਦੇਸ਼ ਨੂੰ ਆਪਣੇ ਨੂੰ ਉੱਪਰ ਨਹੀਂ ਉਠਾਉਣਾ ਚਾਹੁੰਦੇ। ਕਿਉਂਕਿ ਜਦੋਂ ਉਹਨਾਂ ਦੇ ਦਿਲ 'ਚ ਇਹ ਖੋਟ ਆ, ਉਹਨਾਂ ਨੇ ਆਪਣੇ ਹਿੰਦੂਆਂ ਨੂੰ ਕਹਿਣਾ ਕਿ ਤੁਸੀਂ ਨਾ ਭਰਤੀ ਹੋਣ ਚਾਹੋ, ਬਾਕੀਆਂ ਨੂੰ ਅਸੀਂ ਆਪਣੀ ਫੋਰਸ ਬਣਾ ਲੈਣਾ, ਬਾਕੀਆਂ ਨੂੰ ਅੱਗੇ ਅਸੀਂ ਪੜ੍ਹਨ ਨਹੀਂ ਦੇਣਾ। 10ਵੀਂ ਤੋਂ ਬਾਅਦ ਅੱਗੇ ਲੈ ਕੇ ਫਿਰ ਜਿਹੜੀਆਂ ਉਹੀ ਗੱਲਾਂ ਜਿਹੜੀ ਮਿਨਿਸਟਰ ਮੈਂ ਵੀ ਤੁਹਾਨੂੰ ਉਹੀ ਦੱਸਿਆ ਕਿ ਉਹ ਏਦਾਂ ਗੱਲਾਂ ਕਰ ਰਹੇ ਕਿ ਜਿੱਦਾਂ ਆਪਣੇ ਮਜਬਾ ਲਾ ਕੇ ਚੀਜ਼ਾਂ ਵੇਚ ਰਹੇ ਹੁੰਦੇ ਨੇ। ਸੋ ਮਤਲਬ ਇਹ ਹੁਣ ਉਹਨਾਂ ਨੇ ਵੈਸੇ ਤਾਂ ਮੋਦੀ ਸਰਕਾਰ ਨੇ ਹੁਣ ਇਹਦਾ ਭਰਤੀ ਦਾ ਨੋਟੀਫਿਕੇਸ਼ਨ ਵੀ ਦੇ ਦਿੱਤਾ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਲਈ ਇਹ ਸਾਡੇ ਲਈ ਬਹੁਤ ਵੱਡਾ ਘਾਤਕ ਹੋਏਗਾ। ਜਿਹੜਾ ਕਿ ਹੁਣ ਤਾਂ ਪਹਿਲਾਂ ਤਾਂ ਕਹਿ ਰਹੇ ਸੀ 21 ਸਾਲ, ਹੁਣ ਕਹਿ ਰਹੇ 23 ਸਾਲ। ਪਹਿਲਾਂ ਜਿਸ ਤਰ੍ਹਾਂ ਆਪਨੇ ਦੱਸਿਆ 11.5 ਲੱਖ ਜਾਂ ਕਿਸੇ, ਹੁਣ ਕਹਿ ਰਹੇ ਕਿ ਪਤਾ ਨਹੀਂ 20 ਲੱਖ। ਸੋ ਇਹ ਐਂਡ ਆਫ ਦ ਡੇ ਇਹ ਜੁਮਲੇ ਹੀ ਰਹਿ ਜਾਣੇ ਆ। ਹਾਂਜੀ, ਜੁਮਲੇ। ਕਿਉਂਕਿ ਤੁਸੀਂ ਇਹ ਦੇਖੋ, ਕੈਪਟਨ ਅਮਰਿੰਦਰ ਸਿੰਘ ਆਪਣੀ ਮਾਂ ਜਿਹੜੀ ਇਹ ਪਾਰਟੀ ਸੀ ਉਹਨੂੰ ਛੱਡ ਕੇ, ਹਾਂਜੀ, ਉਹ ਬੀਜੇਪੀ ਦੀ ਝੋਲੀ 'ਚ ਗਿਆ ਸੀ। ਉਹ ਵੀ ਇਸ ਗੱਲ ਦਾ ਵਿਰੋਧ ਕਰ ਰਿਹਾ ਜੀ। ਹਾਂਜੀ, ਸੋ ਮਤਲਬ ਮੇਰਾ ਕਹਿਣ ਦਾ ਮਤਲਬ ਕਿ ਇਹ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੋ ਨੌਜਵਾਨੀ ਜਿਹੜੀ ਆ ਉਹ ਸੜਕਾਂ ਤੇ ਆ ਜਾਏਗੀ, ਉਹ ਡਰੱਗੀ ਬਣ ਜਾਣਗੇ ਤੇ ਆਉਣ ਤੋਂ ਬਾਅਦ ਵਿੱਚ ਗੈਂਗਸਟਰ ਬਣ ਗਏ, ਜਾਂ ਜਿੰਨੇ ਪੈਸੇ ਮਿਲੇ ਆ ਉਹਨਾਂ ਪੈਸਿਆਂ ਦੇ ਨਾਲ ਉਹਨਾਂ ਨੇ ਫਿਰ ਆਪਣਾ ਐਸਟੈਬਲਿਸ਼ ਨਹੀਂ ਕਰਨਾ ਆਪਣੇ ਆਪ ਨੂੰ। ਉਹਨਾਂ ਨੇ ਆਪਣੇ ਆਪ ਨੂੰ ਸਮਾਂ ਪਬਲਿਕ ਦੇ ਵਿੱਚ ਜਾਂ ਹੋਰ ਜਾਂ ਬਾਹਰ ਦੇ ਦੇਸ਼ਾਂ ਜਾਣ ਲਈ ਉਹ ਪੈਸਾ ਖਤਮ ਕਰ ਦੇਣਾ। ਸੋ ਇਹਨਾਂ ਦਾ ਹਿੰਦੂ ਪਾਲਿਸੀ ਜਿਹੜੀ ਹੈਗੀ ਹੈ ਨਾ, ਜਿਹੜਾ ਉਹ ਕਹਿੰਦੇ ਕਿ ਹਿੰਦੂ ਰਾਸ਼ਟਰ ਬਣਾਉਣਾ ਆ, ਅਸੀਂ ਕਨਸਟੀਟਿਊਸ਼ਨ ਚੇਂਜ ਕਰਨਾ ਆ, ਇਹ ਉਹਨੂੰ ਮੋਹਰੇ ਰੱਖ ਕੇ ਇਹ ਗੱਲਾਂ ਕਰ ਰਹੇ ਨੇ ਜੀ। ਮੈਂ ਰਿਣੀਆ ਗਿਆਨੀ ਜੀ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗਾ, ਕਿਉਂਕਿ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਵੀ ਦੱਸਿਆ, ਬਾੜਾ ਸਾਹਿਬ ਨੇ ਦੱਸਿਆ ਕਿ ਇਹਨਾਂ ਦੀ ਇੱਕ ਪਾਲਿਸੀ ਆ ਕਿ ਸਭ ਤੋਂ ਜਿਹੜੀ ਤਾਕਤਵਰ ਰੈਜੀਮੈਂਟ ਆ ਭਾਰਤ ਦੀ ਫੌਜ ਵਿੱਚ ਹੋਏਗੀ ਸਿੱਖ ਰੈਜੀਮੈਂਟ, ਗੋਰਖਾ ਰੈਜੀਮੈਂਟ ਤੇ ਰਾਜਪੂਤ ਰੈਜੀਮੈਂਟ। ਕਿਉਂਕਿ ਰਾਜਪੂਤ ਵੀ ਲੜਨ ਨੂੰ ਬੜੇ ਬਹਾਦਰ ਆ। ਲੇਕਿਨ ਜਦੋਂ ਸਿੱਖ ਰੈਜੀਮੈਂਟ, ਕਿਉਂਕਿ ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ ਕਿਹੜੇ ਹਿਸਾਬ ਨਾਲ
ਲੜਾਈ ਦੇ ਮੈਦਾਨ 'ਚ ਜਾਂਦੀਆਂ, ਕੀ ਕਰਦੀਆਂ ਕਿੱਦਾਂ ਨਹੀਂ। ਲੇਕਿਨ ਜਦੋਂ ਸਿੱਖ ਰਜਮੰਟ ਜਾਂਦੀ ਸੀ, ਉਹ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਂਦੇ ਸੀ। ਜਿਹੜੀ ਗੱਡੀ 'ਚ ਗੁਰੂ ਗ੍ਰੰਥ ਸਾਹਿਬ ਹੁੰਦਾ, ਉਹਦੇ ਮੂਹਰੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਸੀ। ਕਿ ਇਹ ਚਾਲਾਂ, ਇਹ ਸਾਰਾ ਕੁਝ ਆਪਣੇ ਕੋਲੋਂ ਖੋਹਣ ਲਈ ਤਾਂ ਨਹੀਂ ਹੋ ਰਹੀਆਂ ਗਿਆਨੀ ਜੀ? ਥੋੜੇ ਜਿਹੇ ਲਫ਼ਜ਼ਾਂ 'ਚ। ਨਹੀਂ ਜੀ, ਬਿਲਕੁਲ ਇਦਾਂ ਨਹੀਂ ਹੋ ਸਕਦਾ। ਜਿਸ ਤਰ੍ਹਾਂ ਢਿੱਲੋਂ ਸਾਹਿਬ ਉਹਨਾਂ ਨੇ ਗੱਲ ਬੜੀ ਸੋਹਣੀ ਕੀਤੀ ਕਿ ਇੱਕ ਜਿਹੜੀ ਰੈਜੀਮੈਂਟ ਹੁੰਦੀ ਆ, ਉਹਦੀ ਤਾਕਤ ਇਕੱਠਿਆਂ ਹੋਣ ਕਰਕੇ ਹੀ ਹੁੰਦੀ ਆ। ਜਿਵੇਂ ਉਹ ਤੀਲਿਆਂ ਲਈ ਅਸੀਂ ਗੱਲ ਕਰਦੇ ਕਿ ਕੱਲਾ ਕੱਲਾ ਤੀਲਾ ਤੇ ਤੋੜਿਆ ਜਾ ਸਕਦਾ ਤੇ ਇਕੱਠੇ ਨਹੀਂ ਤੋੜੇ ਜਾ ਸਕਦੇ। ਇਹ ਚਾਹੁੰਦੀ ਆ ਸਰਕਾਰ ਕਿ ਸਾਡੇ ਸਾਹਮਣੇ ਪਹਿਲਾਂ ਜਿਵੇਂ 84 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਉਦੋਂ ਜਿਹੜੀ ਸਿੱਖ ਰੈਜੀਮੈਂਟ ਸੀ, ਉਹਨਾਂ ਤਕਰੀਬਨ ਬਹੁਤ ਸਾਰੇ ਜਿਹੜੇ ਸਿੱਖ ਧਰਮੀ ਫੌਜੀ ਸੀ, ਉਹਨਾਂ ਨੇ ਵਿਰੋਧ ਕੀਤਾ ਤੇ ਉਹ ਛੱਡ ਕੇ ਫੌਜ ਦੀ ਨੌਕਰੀ ਆ ਗਏ। ਹੁਣ ਜੇਕਰ ਉਹ ਇੱਕ ਸਾਂਝੇ ਦੇ ਤੌਰ ਤੇ ਇੱਕ ਫੌਜ ਦਾ ਢਾਂਚਾ ਤਿਆਰ ਕਰਦੇ ਆ ਤੇ ਉਹਦੇ ਵਿੱਚ ਬਗਾਵਤ ਜਿਹੜੀ ਹੋਣ ਦਾ ਚਾਂਸ ਹੈ ਉਹ ਬਿਲਕੁਲ ਨਾਮਾਤਰ ਰਹਿ ਜਾਣਗੇ ਜਾਂ ਬਿਲਕੁਲ ਖਤਮ ਕਰ ਦੇਣਗੇ ਚਾਂਸ। ਦੂਸਰਾ ਜਿਹੜਾ ਵਾ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤੇ ਹਿੰਦੂ ਰਾਸ਼ਟਰ ਜਿਹੜਾ ਵਾ ਉਹ ਮਨੂ ਸਿਮਰਤੀ ਦੇ ਆਧਾਰ ਦੇ ਉੱਤੇ ਜਿਹੜਾ ਵਾ ਉਹ ਅੱਜ ਵੀ ਉਸੇ ਪਾਸੇ ਨੂੰ ਉਹ ਚੱਲਦੇ ਆ ਕਿ ਸਭ ਤੋਂ ਉੱਤੇ ਜਿਹੜਾ ਵਾ ਵਿਸ਼ੇਸ਼ ਤੌਰ ਤੇ ਬ੍ਰਾਹਮਣ ਹੋਣਗੇ, ਖੱਤਰੀ ਹੋਣਗੇ, ਫਿਰ ਸ਼ੂਦਰ ਵੈਸ਼ ਥੱਲੇ। ਹੁਣ ਫੌਜ ਦੇ ਵਿੱਚ ਜਿਹੜੇ 4 ਸਾਲ ਵਾਸਤੇ ਫੌਜੀ ਰੱਖੇ ਜਾਣੇ ਆ, ਵਲੰਟੀਅਰ ਰੱਖੇ ਜਾਣੇ ਆ, ਉਹਨਾਂ ਨੇ ਕੇਵਲ ਬਾਰਡਰਾਂ ਦੇ ਉੱਪਰ ਗੋਲੀ ਖਾਣ ਵਾਸਤੇ ਉਹਨਾਂ ਨੂੰ 4 ਸਾਲ ਵਾਸਤੇ ਭੇਜਿਆ ਜਾਣਾ ਤੇ ਬਾਕੀ ਜਿਨ੍ਹਾਂ ਨੇ ਅਫਸਰਸ਼ਾਹੀ ਕਰਨੀ ਆ ਉਹ ਬਿਲਕੁਲ ਇਸ ਵਾਰੀ ਵੀ ਉਹ ਬਹੁਤੇ ਪੜ੍ਹੇ ਲਿਖੇ ਤੇ ਉੱਚੀਆਂ ਜਾਤਾਂ ਨਾਲ ਜਿਹੜੇ ਸੰਬੰਧਿਤ ਹਿੰਦੂ ਹੋਣਗੇ, ਉਹ ਉੱਪਰ ਜਾ ਕੇ ਜਿਹੜੇ ਆ ਉੱਪਰਲੇ ਰੈਂਕ ਜਿਹੜੇ ਹੋਣਗੇ ਉਹਨਾਂ ਤੇ ਉਹ ਹੁਕਮਰਾਨ ਬਣ ਕੇ ਜਿਹੜੇ ਉਹ ਬੈਠਣਗੇ ਜੀ। ਬਿਲਕੁਲ ਮੈਂ ਰੇਡੀ ਤੇ ਤੁਹਾਡਾ ਤਿੰਨਾਂ ਦਾ ਕਿ ਤੁਸੀਂ ਆਪਣੇ ਵਿਚਾਰ ਦਿੱਤੇ, ਕਿਉਂਕਿ ਜਿਸ ਤਰ੍ਹਾਂ ਭਾਰਤ ਦੇ ਵਿੱਚ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਮੋਦੀ ਸਰਕਾਰ ਹੈ, ਉਹ ਜੋ ਫੈਸਲੇ ਲੈਣਾ ਚਾਹੁੰਦੀ ਹੈ, ਠੋਸਣਾ ਚਾਹੁੰਦੀ ਆ, ਚਾਹੇ ਉਹ ਪੰਜਾਬੀ ਹੋਣ, ਚਾਹੇ ਉਹ ਹਰਿਆਣਵੀ ਹੋਣ, ਚਾਹੇ ਕਿਸੇ ਹੋਰ ਸੂਬੇ ਨਾਲ ਸੰਬੰਧਿਤ ਰੱਖਦੇ ਹੋਣ, ਚਾਹੇ ਉਹ ਕਿਸੇ ਜਾਤ ਨਾਲ ਧਰਮ ਨਾਲ ਸੰਬੰਧ ਰੱਖਦੇ ਹੋਣ, ਲੇਕਿਨ ਉਹ 15-20 ਬੰਦਿਆਂ ਨੂੰ, 15-20 ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ ਭਾਰਤ ਨੂੰ ਵੀ ਅਗਰ ਉਹਨਾਂ ਨੂੰ ਗਰਭੀ ਰੱਖਣਾ ਪਵੇ ਕਿਸੇ ਦੇਸ਼ ਕੋ, ਤੇ ਉਹ ਅੰਗਰੇਜ਼ ਨਹੀਂ ਕਰਨਗੇ, ਕਿਉਂਕਿ ਅੱਜ ਉਹ ਮੈਜੋਰਿਟੀ 'ਚ ਆ। ਤੇ ਮੈਂ ਤੇ ਇੱਕ ਗੁਰੂ ਚਰਨਾਂ 'ਚ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਇਹਨਾਂ ਦੀ ਜੋ ਮੈਜੋਰਿਟੀ ਉਹਨੂੰ ਛੇਤੀ ਤੋਂ ਛੇਤੀ ਤੋੜਨ ਦੀ ਕੋਸ਼ਿਸ਼ ਕਰੇ, ਤਾਂ ਕਿ ਸਰਕਾਰਾਂ, ਜੋ ਸਮਾਂ ਪਹਿਲਾਂ ਚੱਲਦਾ ਸੀ ਕਿ ਇੱਕ ਵਾਰੀ ਕਿਸੇ ਪਾਰਟੀ ਦੀ ਸਰਕਾਰ ਬਣ ਗਈ, ਦੂਸਰੀ ਵਾਰੀ ਦੂਸਰੀ ਪਾਰਟੀ ਦੀ ਸਰਕਾਰ ਬਣ ਗਈ, ਤਾਂ ਕਿ ਸਰਕਾਰਾਂ ਨੂੰ ਵੀ ਲੀਡਰਾਂ ਦੇ ਥੋੜਾ ਦਿਲਾਂ 'ਚ ਡਰ ਰਵੇ, ਭੈ ਰਵੇ ਕਿ ਅਗਰ ਅਸੀਂ ਲੋਕਾਂ ਲਈ ਕੋਈ ਚੰਗੇ ਕੰਮ ਨਹੀਂ ਕਰਾਂਗੇ ਤੇ ਲੋਕੀ ਸਾਨੂੰ ਲਾ ਕੇ ਪਰੇ ਮੰਨਣਗੇ। ਤੀਸਰੀ ਗੱਲ, ਜਿੰਨੇ ਚਿਰ ਮਸ਼ੀਨਾਂ ਨਾਲ ਭਾਰਤ ਵਿੱਚ ਇਲੈਕਸ਼ਨ ਹੋਵੇਗੀ, ਵੋਟਾਂ ਪੈਣਗੀਆਂ, ਉਹਨਾਂ ਚਿਰ ਮੇਰੇ ਖਿਆਲ ਨਾਲ ਬੀਜੇਪੀ ਨੂੰ ਕੋਈ ਹਿਲਾ ਨਹੀਂ ਸਕਦਾ। ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ ਦਿਓ ਇਜਾਜ਼ਤ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।